ਕਿ ਸਾਰੇ ਹੀ ਲਿਸਨਰਸ ਨੂੰ ਮੇਰੇ ਵੱਲੋਂ ਜਾਣੀ ਕਿ ਬਲਜੀਤ ਸਿੰਘ ਮੰਡ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਮਈ 5 ਮਈ ਆ, ਸੋ ਟਿਊਜ਼ਡੇ ਦਾ ਦਿਨ ਹੈਗਾ। ਅੱਜ ਇਸ ਵੇਲੇ ਬਾਹਰ ਟੈਂਪਰੇਚਰ ਜਿਹੜਾ ਆ ਉਹ 4 ਡਿਗਰੀ ਸੈਲਸੀਅਸ ਹੈਗਾ, ਪਰ ਤੁਸੀਂ ਫੀਲ ਲਾਈਕ ਜਿਹੜਾ 1 ਡਿਗਰੀ ਸੈਲਸੀਅਸ ਕਰਨਾ ਹੈਗਾ। ਦੁਪਹਿਰੇ 7-8 ਟੈਂਪਰੇਚਰ ਜਿਹੜਾ ਆ ਉਹ ਰਹਿਣਾ ਹੈ। ਤਕਰੀਬਨ 10 ਡਿਗਰੀ ਟੈਂਪਰੇਚਰ ਜਿਹੜਾ ਸ਼ਾਮ ਤੱਕ ਉਹ ਹੋ ਜਾਣਾ ਹੈਗਾ। ਕੱਲ੍ਹ ਨੂੰ ਜਿਹੜਾ ਟੈਂਪਰੇਚਰ ਮੀਨਸ ਬੁੱਧਵਾਰ ਵਾਲੇ ਦਿਨ 12 ਡਿਗਰੀ ਟੈਂਪਰੇਚਰ ਰਹਿਣਾ ਹੈ। ਥਰਸਡੇ ਵਾਲੇ ਦਿਨ ਫਿਰ 12 ਡਿਗਰੀ ਟੈਂਪਰੇਚਰ ਰਹਿਣਾ। ਫਰਾਈਡੇ ਨੂੰ 5, ਸੈਟਰਡੇ ਨੂੰ 4, ਸੰਡੇ ਨੂੰ 8 ਡਿਗਰੀ ਟੈਂਪਰੇਚਰ ਜਿਹੜਾ ਉਹ ਰਹਿਣਾ ਹੈ। ਸੋ ਤੁਸੀਂ ਇਸੇ ਤਰ੍ਹਾਂ ਜਿਹੜਾ ਆ 1350 AM ਨੂੰ ਜਿਹੜਾ ਆ ਉਹ ਸੁਣਦੇ ਰਹਿਣਾ, ਅਤੇ ਨਾਲ ਦੀ ਨਾਲ ਸਾਡੀ ਫੇਸਬੁੱਕ ਦੇ ਉੱਤੇ ਤੁਸੀਂ ਦੇਖ ਰਹੇ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰਣਜੀਤ ਬਾਵੇ ਦੇ ਗੀਤ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕੀਤੀ ਸੀਗੀ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਗੀਤ ਜਿਹੜਾ ਪਸੰਦ ਆਇਆ ਹੋਵੇਗਾ। ਜਿੱਥੇ ਅਸੀਂ ਇਹ ਗੀਤ ਲਗਾਇਆ ਸੀਗਾ, ਗੀਤ ਉੱਥੇ ਇਹ ਥੋੜ੍ਹੀ ਜਿਹੀ ਵਿਵਾਦਾਂ ਦੇ ਵਿੱਚ ਵੀ ਰਣਜੀਤ ਬਾਵਾ ਜੀ ਘਿਰੇ ਹੋਏ ਨੇ। ਉਹਦੀ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਜਿੱਥੇ ਉਹ ਗੱਲ ਕਰਾਂਗੇ, ਉੱਥੇ ਜਿਹੜੀ ਆ ਆਪਾਂ ਹੋਰ 2-3 ਗੱਲਾਂ ਜਿਹੜੀਆਂ ਅੱਜ ਖਾਸ ਕਰਨ ਵਾਲੀਆਂ ਹੈਗੀਆਂ। ਸੋ ਤੁਸੀਂ ਇਸੇ ਤਰ੍ਹਾਂ ਜਿਹੜਾ ਆ ਸਾਡੇ ਨਾਲ ਜੁੜੇ ਰਹਿਣਾ। ਬਹੁਤ ਬਹੁਤ ਪਿਆਰ। ਤੁਸੀਂ ਜਿੱਦਾਂ ਹੀ ਅਸੀਂ ਫੇਸਬੁੱਕ ਔਨ ਕਰਦੇ ਹਾਂ, ਤੁਸੀਂ ਸਾਨੂੰ ਤਕਰੀਬਨ 100-125 ਬੰਦਾ ਰਾਈਟ ਵੇ ਦੇਖਣ ਲੱਗ ਜਾਂਦਾ। ਮੇਰੇ ਕੋਲ ਜਿਹੜੇ ਲਫ਼ਜ਼ ਨਹੀਂ ਹੈਗੇ ਤੁਹਾਡਾ ਸਤਿਕਾਰ ਕਰਨ ਦੇ ਲਈ, ਕਿਉਂਕਿ ਬੜੇ ਥੋੜ੍ਹੇ ਦਿਨ ਹੋਏ ਆ ਸਾਨੂੰ ਹਲੇ ਸ਼ੁਰੂ ਕੀਤਿਆਂ ਨੂੰ, ਅਤੇ 100-125 ਬੰਦੇ ਦੇ ਨਾਲ ਸਾਡੀ ਜਿਹੜੀ ਆ ਸ਼ੁਰੂਆਤ ਹੁੰਦੀ ਆ, ਜਿਹੜੇ ਕਿ ਅਸੀਂ ਦੇਖ ਸਕਦੇ ਹਾਂ। ਕਿਉਂਕਿ ਅਸੀਂ ਰੇਡੀਓ ਜਿਹੜੇ ਸਾਨੂੰ ਸੁਣਦੇ ਆ ਉਹ ਅਸੀਂ ਸੁਣ ਤਾਂ ਨਹੀਂ ਸਕਦੇ, ਉਹਨਾਂ ਦਾ ਸਾਨੂੰ ਪਤਾ ਨਹੀਂ ਲੱਗਦਾ, ਪਰ ਅਸੀਂ ਫੇਸਬੁੱਕ ਦੇ ਉੱਤੇ ਤੁਹਾਨੂੰ ਦੇਖ ਜਿਹੜਾ ਹੈ ਉਹ ਜ਼ਰੂਰ ਸਕਦੇ ਹਾਂ ਕਿ ਸਾਨੂੰ ਇੰਨੇ ਲੋਕ ਜਿਹੜੇ ਨੇ ਉਹ ਦੇਖ ਰਹੇ ਨੇ। ਸੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਕੋਈ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੁੰਦੇ ਆ, ਅਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਆਫ ਦੀ ਏਅਰ ਕਰਨੀ ਹੋਵੇ 416-312-1111, ਔਨ ਏਅਰ ਕਰਨੀ ਹੋਵੇ ਅਤੇ ਤੁਸੀਂ 905-601-1350 'ਤੇ ਜਿਹੜੀ ਆ ਉਹ ਸਾਡੇ ਨਾਲ ਜਿਹੜੀ ਆ ਗੱਲਬਾਤ ਕਰ ਸਕਦੇ ਹੋ। ਉੱਥੇ ਅਸੀਂ ਕੋਸ਼ਿਸ਼ ਕੀਤੀ ਸੀ ਵੀ ਰਣਜੀਤ ਬਾਵੇ ਹੋਰਾਂ ਨੂੰ ਅਸੀਂ ਲੈ ਕੇ ਆਈਏ, ਪਰ ਨੋ ਡਾਊਟ ਉਹ ਹਲੇ ਥੋੜ੍ਹਾ ਜਿਹਾ ਆਪਣੇ ਲਾਇਰਸ ਦੇ ਨਾਲ ਲੱਗੇ ਹੋਏ ਨੇ ਗੱਲਬਾਤ ਕਰਨ ਦੇ ਲਈ। ਕੋਸ਼ਿਸ਼ ਕਰਾਂਗੇ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਰਣਜੀਤ ਬਾਵਾ ਜੀ ਨੂੰ ਤੁਹਾਡੇ ਰੂਬਰੂ ਕਰੀਏ। ਜਿਹੜਾ ਉਹਨਾਂ ਦਾ ਵਾਦ ਵਿਵਾਦ ਬਣਿਆ ਹੋਇਆ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਉੱਥੇ ਜਿਹੜੀਆਂ ਅੱਜ ਦੀਆਂ ਕੁਝ ਇੱਕ ਲੋਕਲ ਖਬਰਾਂ, ਲੋਕਲ ਗੱਲਾਂ ਬਾਤਾਂ, ਉਹਨਾਂ ਦੇ ਉੱਤੇ ਵੀ ਆਪਾਂ ਜਿਹੜੀ ਆ ਝਾਤ ਮਾਰਾਂਗੇ। ਮਹਿੰਦਰਪਾਲ ਧੀਰੀਆ ਸਾਹਿਬ, ਨਵਦੀਪ ਗਿੱਲ, ਬੋਬੀ ਜੱਸਲ ਹੋਰੀ ਸਾਨੂੰ ਦੇਖਣ ਲੱਗ ਗਏ ਨੇ, ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉੱਥੇ ਜਿਹੜੀਆਂ ਅੱਜ ਦੀਆਂ ਕੁਝ ਇੱਕ ਜਿਹੜੀਆਂ ਹੈਡਲਾਈਨਸ ਆ ਉਹ ਮੈਂ ਜੇਬ 'ਚੋਂ ਕੱਢ ਲਈਆਂ, ਤੁਸੀਂ ਦੇਖ ਵੀ ਲਈਆਂ ਹੋਣੀਆਂ। ਇੰਡੀਆ ਤੋਂ 5 ਮਿਲੀਅਨ ਟੈਬਲੇਟਸ ਜਿਹੜੀਆਂ ਟੋਰਾਂਟੋ ਆ ਗਈਆਂ। ਇਸ ਦਵਾਈ ਬਾਰੇ ਜਿਹੜੀ ਆ ਦੁਨੀਆ ਭਰ ਦੇ ਵਿੱਚ ਚਰਚਾ ਜਿਹੜੀ ਆ ਬਣੀ ਹੋਈ ਆ। ਸੋ ਇਹਦੇ ਨਾਲ ਮੈਨੂੰ ਲੱਗਦਾ ਕਿ ਇੰਡੀਆ ਅਤੇ ਕੈਨੇਡਾ ਦੇ ਜਿਹੜੇ ਸੰਬੰਧ ਆ ਉਹ ਵੀ ਅੱਗੇ ਵਧਣਗੇ। ਦੂਜੀ ਗੱਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਅੱਜ ਐਗਰੀਕਲਚਰ ਵਾਸਤੇ ਫੰਡਸ ਰਿਲੀਜ਼ ਜਿਹੜੇ ਕੀਤੇ ਆ। ਯਾਦ ਰਹੇ ਕਿ ਜਿੱਥੇ ਕੋਵਿਡ-19 ਕਰਕੇ ਬਹੁਤ ਸਾਰੇ ਵੱਖ-ਵੱਖ ਸੈਕਟਰ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ, ਉੱਥੇ ਐਗਰੀਕਲਚਰ ਜਿਹੜਾ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਸੋ ਅੱਜ ਜਸਟਿਨ ਟਰੂਡੋ ਸਾਹਿਬ ਜਿਹੜੇ ਆ ਉਹਦੇ ਲਈ ਵੀ ਫੰਡਸ ਰਿਲੀਜ਼ ਕਰ ਰਹੇ ਨੇ। ਹੁਣ ਆਪਾਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ। ਸਰਕਾਰ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ ਆ, ਜਿੱਥੇ ਹੁਣ ਖਾਸ ਕਰ ਆਪਾਂ ਓਪਨ ਕਰਨ ਦੀ ਗੱਲ ਜਿਹੜੀ ਆ ਉਹ ਕਰੀਏ। ਵੱਖ-ਵੱਖ ਪ੍ਰੋਵਿੰਸ ਦੁਆਰਾ ਜਿਹੜਾ ਕੁਝ ਇੱਕ ਏਰੀਏ, ਕੁਝ ਇੱਕ ਕਿਉਂਕਿ 4 ਜਾਂ 3 ਹਿੱਸਿਆਂ ਦੇ ਵਿੱਚ ਇਹਨੂੰ ਓਪਨ ਕਰਨਾ ਹੈ, ਸੋ ਓਪਨ ਕਰ ਰਹੇ ਨੇ। ਔਰ ਇੱਕ ਸਰਵੇ ਵੀ ਜਿਹੜਾ ਉਹ ਕਰਵਾਇਆ ਗਿਆ, ਸੋ ਜਿਹਦੇ ਵਿੱਚ ਬਹੁਤ ਸਾਰੇ ਜ਼ਿਆਦਾਤਰ ਲਗਭਗ ਕੈਨੇਡੀਅਨਸ ਨੇ ਇਹ ਮੰਨਿਆ ਹੈਗਾ ਕਿ ਜਿਸ ਤਰੀਕੇ ਦੇ ਨਾਲ ਵਰਕ ਪਲੇਸ ਔਨ ਕੀਤੀਆਂ ਜਾ ਰਹੀਆਂ ਸਰਕਾਰਾਂ ਵੱਲੋਂ, ਜਾਂ ਜਿਸ ਤਰੀਕੇ ਨਾਲ ਰੀਓਪਨ ਦੀ ਗੱਲ ਕੀਤੀ ਜਾ ਰਹੀ, ਸੋ ਸਰਵੇ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਬਹੁਤ ਵਧੀਆ ਔਰ ਬਿਲਕੁਲ ਵਾਜਬ ਤਰੀਕੇ ਦੇ ਨਾਲ ਜਿਹੜਾ ਆ ਇਹ ਔਨ ਜਾਂ ਓਪਨ ਜਿਹੜਾ ਆ ਉਹ ਕੀਤਾ ਜਾ ਰਿਹਾ। ਜਿੱਥੇ ਮੈਂ ਰੀਅਲ estate ਕਿੱਤੇ ਦੇ ਨਾਲ ਜੁੜਿਆ ਹੋਇਆ, ਉੱਥੇ ਮੈਂ ਰੀਅਲ estate ਦੀ ਵੀ ਥੋੜ੍ਹੀ ਜਿਹੀ ਗੱਲ ਕਰਦਾ। ਰੀਅਲ estate ਟੋਰਾਂਟੋ, ਵੈਨਕੂਵਰ, ਕੈਲਗਰੀ ਦੀ ਰੀਅਲ estate ਦੀ ਐਕਟੀਵਿਟੀ ਜਿਹੜੀ ਆ ਉਹ ਰੀਅਲ estate ਦੀ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਕਾਫੀ ਘਟੀ ਹੋਈ ਹੈ। ਜੇ ਆਪਾਂ ਖਾਸ ਕਰਕੇ ਟੋਰਾਂਟੋ ਦੀ ਗੱਲ ਕਰੀਏ ਤਾਂ ਟੋਰਾਂਟੋ ਦੀ ਰੀਅਲ estate ਮਾਰਕੀਟ ਦੀ ਜਿਹੜੀ ਐਵਰੇਜ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਉਹਦੇ 'ਚ ਤਬਦੀਲੀ ਨਹੀਂ ਆਈ, ਪ੍ਰਾਈਸ ਦੇ ਵਿੱਚ ਤਬਦੀਲੀ ਨਹੀਂ ਆਈ। ਤੁਸੀਂ
मैं जोर दे के गल करदा प्राइस दे विच नो डाउट लिस्टिंग्स घटियां हैगियां, प्राइस दे विच तब्दीली ने पिछले साल के मुकाबले 0.1 यानी कि सिर्फ $1000 एवरेज प्राइस दे विच जिहड़ा डिफरेंस पिछले साल नालों आया। पिछले साल डीटैच घर जिहड़े 8,22,000 ਦੇ ਸੀਗੇ और इस वेले जिहड़ा उही घर है वो 8,21,000 ਦਾ ਹੈਗਾ। सिर्फ $1000 ਜਿਹੜੀ ਆ प्राइस घटी हैगी आ। सो जे ਅਸੀਂ डीटैच ਘਰਾਂ ਦੀ ਗੱਲ ਜਿਹੜੀ ਆ ਉਹ ਕਰੀਏ ਤੇ ਤਕਰੀਬਨ पर जे ਆਪਾਂ ਐਵਰੇਜ ਨਾਲੋਂ ਜਿੱਥੇ ਦੀ ਗੱਲ ਕਰਦੇ ਹਾਂ ਹੈ ਨਾ, ਅਤੇ ਜਿਹੜੀ ਸੇਲ ਜਿਹੜੀ ਆ ਉਹ ਮੀਨਸ ਜਿਹੜੀ ਲਿਸਟ ਹੋਈ ਆ ਜਾਂ ਸੇਲ ਹੋਈਆਂ ਉਹ 67% ਸੇਲ ਜਿਹੜੀ ਆ ਉਹ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਘਟੀ ਹੈਗੀ ਆ। ਡੀਟੈਚ ਜਿਹੜਾ ਡੀਟੈਚ ਘਰ ਹੈਗਾ ਉਹਦੀ ਐਵਰੇਜ 7.8% ਘਟੀ ਆ, 1.25 ਮਿਲੀਅਨ 'ਤੇ ਰਹਿ ਗਈ ਆ। ਔਰ ਕੋਂਡੋ ਪ੍ਰਾਈਸ ਦੀ ਗੱਲ ਕਰੀਏ, ਤੁਸੀਂ ਇੱਥੇ ਥੋੜ੍ਹਾ ਜਿਹਾ ਧਿਆਨ ਦੇਣਾ, ਕੋਂਡੋ ਪ੍ਰਾਈਸ ਜਿਹੜੀ ਆ 1.7% ਜਿਹੜੀ ਆ ਉਹ ਘਟੀ ਆ। ਸੈਮੀ ਡੀਟੈਚ ਜਿਹੜੇ ਨੇ ਪਰ ਸੈਮੀ ਡੀਟੈਚ ਦੀ ਪ੍ਰਾਈਸ ਜਿਹੜੀ ਆ ਉਹ 7% ਉੱਪਰ ਗਈ ਹੈਗੀ ਆ। ਉੱਥੇ ਟਾਊਨ ਹਾਊਸ ਦੀ ਗੱਲ ਕਰੀਏ, ਟਾਊਨ ਹਾਊਸ 3.8% ਜਿਹੜੇ ਆ ਉਹ ਉੱਪਰ ਗਏ ਹੈਗੇ ਆ। ਇਹ ਕੁਝ ਇੱਕ ਗੱਲਾਂ ਔਰ ਇਸੇ ਤਰ੍ਹਾਂ ਗੱਲਾਂ ਜਿਹੜੀਆਂ ਉਹ ਕੰਟੀਨਿਊ ਅਸੀਂ ਕਰਾਂਗੇ। ਮਨਦੀਪ ਸਿੰਘ ਸੰਧੂ, ਰਵਿੰਦਰ ਸਿੰਘ ਰੰਘੋਵਾਲ ਸਾਹਿਬ ਸਾਨੂੰ ਇਸ ਵੇਲੇ ਦੇਖ ਰਹੇ ਨੇ, ਜਿੱਥੇ ਮਹਿੰਦਰਪਾਲ ਧੇਰੀਆ, ਨਵਦੀਪ ਸਿੰਘ ਗਿੱਲ, ਬੋਬੀ ਜਸਵਾਲ, ਸਾਡੇ ਸ਼ਹਿਰ ਤੋਂ ਹਰਮਿੰਦਰ ਕੌਰ ਜੀ, ਉਹ ਸਾਨੂੰ ਵਾਚ ਕਰ ਰਹੇ ਨੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਕਿਸੇ ਟੌਪਿਕ ਦੇ ਉੱਤੇ ਗੱਲ ਕਰਨੀ ਹੈ ਤਾਂ ਤੁਸੀਂ 905-601-1350 'ਤੇ ਗੱਲਬਾਤ ਕਰ ਸਕਦੇ ਹੋ। ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਰਣਜੀਤ ਬਾਵੇ ਨੇ ਜਿਹੜੀ ਇੱਕ ਗੱਲ ਕੀਤੀ ਆ ਉਹਦੀ 'ਤੇ ਵੀ ਆਪਾਂ ਥੋੜ੍ਹੀ ਜਿਹੀ ਝਾਤ ਮਾਰਨੀ ਹੈ। ਪਰ ਉਸ ਤੋਂ ਪਹਿਲਾਂ ਮੌਰਗੇਜ ਬ੍ਰੋਕਰ ਤੋਂ ਪਰਮਜੀਤ ਹੋਰਾਂ ਦਾ ਸੰਦੇਸ਼, ਫੁੱਟ ਸੈਕਿੰਡ ਮੌਰਗੇਜ ਲੈਣੀ ਆ ਅਤੇ ਤੁਸੀਂ 416-804-2015 'ਤੇ ਸੰਪਰਕ ਕਰ ਸਕਦੇ ਹੋ। 416-804-2015 ਦੇ ਉੱਤੇ ਤੁਸੀਂ ਜਿਹੜੀ ਆ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਉੱਥੇ ਕੁਇੱਕ ਟਾਇਰ ਰਿਪੇਅਰ ਸੈਂਟਰ ਨੇ ਸਾਨੂੰ ਜੁਆਇਨ ਕੀਤਾ। ਕੁਇੱਕ ਟਾਇਰ ਰਿਪੇਅਰ ਸੈਂਟਰ ਸੁੱਖਾ ਰੰਧਾਵਾ ਜੀ, 647-707-6087 ਇਹਨਾਂ ਦਾ ਨੰਬਰ ਹੈ। 647-707-6087 'ਤੇ ਟਰੱਕਾਂ ਦੇ, ਟ੍ਰੇਲਰਾਂ ਦੇ ਤੁਸੀਂ ਟਾਇਰ ਪਾਉਣੇ ਆ। ਚਾਈਨੀਜ਼ ਟਾਇਰਾਂ ਦੇ ਉੱਤੇ ਜਿਹੜੀ ਇਸ ਵੇਲੇ ਇਹਨਾਂ ਨੇ ਬਹੁਤ ਵਧੀਆ ਡੀਲ ਲਗਾਈ ਹੋਈ ਆ। ਤੁਸੀਂ ਇੱਕ ਵਾਰ ਕਾਲ ਜ਼ਰੂਰ ਕਰੋ 647-707-6087 ਦੇ ਉੱਤੇ। ਇਸੇ ਤਰ੍ਹਾਂ ਸਵੀਟ ਮਹਿਲ ਟੇਕਆਊਟ ਵਾਸਤੇ ਖੁੱਲ੍ਹਾ 416-679-9191 'ਤੇ ਤੁਸੀਂ ਸਵੀਟ ਮਹਿਲ ਦੇ ਨਾਲ ਸੰਪਰਕ ਜਿਹੜਾ ਆ ਉਹ ਕਰ ਸਕਦੇ ਹੋ। ਪ੍ਰਿੰਸ ਜੀ, ਗਊ ਮੂਤਰ ਦੀ ਆਪਾਂ ਗੱਲ ਕਰੀਏ ਹੈ ਨਾ, ਸੋ ਇਸ ਵੇਲੇ ਵਾਦ ਵਿਵਾਦ ਬਣਿਆ ਹੋਇਆ ਹੈ ਨਾ। ਬਿਲਕੁਲ ਜੀ, ਬਿਲਕੁਲ। ਅਤੇ ਵਾਦ ਵਿਵਾਦ ਵੱਡੀ ਗਿਣਤੀ ਦੇ ਵਿੱਚ ਜੇ ਕਹਿ ਸਕਦੇ ਹਾਂ, ਕਿਉਂਕਿ ਜਿੱਥੋਂ ਤੱਕ ਗੱਲ ਜਾ ਰਹੀ ਆ ਵੀ ਕਹਿੰਦੇ ਸੀ ਵੀ ਰਣਜੀਤ ਬਾਵੇ ਹੋਣਾ 'ਤੇ ਜਿਹੜਾ ਪਰਚਾ ਵਾ ਉਹ ਵੀ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਅਤੇ ਕੁਛ ਪਲਾਂ ਦੇ ਵਿੱਚ ਇੱਕ ਵੀਡੀਓ ਵੀ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਸੀਗੀ, ਉਹ ਵੀ ਕਾਫੀ ਚਰਚਾ ਦੇ ਵਿੱਚ ਰਹੀ ਹੈ। ਅਤੇ ਇਸ ਦੇ ਨਾਲ ਗੀਤ ਵਾ ਸਾਰਿਆਂ ਨੇ ਸੁਣਿਆ। ਮੇਰੇ ਖਿਆਲ ਦੇ ਵਿੱਚ ਤਾਂ ਕੁਛ ਜ਼ਿਆਦਾ ਇੰਨਾ ਮਾੜਾ ਨਹੀਂ ਕਿਹਾ ਗਿਆ ਜਿੰਨਾ ਉਹਨਾਂ ਨੂੰ ਬਣਾ ਦਿੱਤਾ ਗਿਆ। ਅੱਛਾ ਪ੍ਰਿੰਸ ਜੀ, ਗਊ ਮੂਤਰ ਹੈ ਕੀ ਆ ਹੈ ਨਾ? ਮੈਂ ਕਿਸੇ ਨੂੰ ਹਰਟ ਨਹੀਂ ਆਪਾਂ ਕਰਨਾ। ਜਦੋਂ ਆਪਾਂ ਰੇਡੀਓ 'ਤੇ ਬੈਠਦੇ ਹਾਂ ਜਾਂ ਟੈਲੀਵਿਜ਼ਨ ਦੇ ਉੱਤੇ ਆਪਾਂ ਬੈਠਦੇ ਹਾਂ, ਆਪਾਂ ਕਿਸੇ ਵੀ ਧਰਮ ਨੂੰ, ਕਿਸੇ ਦੀਆਂ ਭਾਵਨਾਵਾਂ ਨੂੰ ਸਾਡਾ ਇਹ ਜੀ ਕਦੀ ਵੀ ਹੁੰਦਾ ਨਹੀਂ ਸਾਡੇ ਮਨ 'ਚ ਕਿ ਅਸੀਂ ਉਹਨਾਂ ਨੂੰ ਠੇਸ ਪਹੁੰਚਾਈਏ ਹੈ ਨਾ। ਗਊ ਮੂਤਰ ਦੇ ਬਾਰੇ ਧਾਰਨਾ ਜਿਹੜੀ ਆ ਫੈਲਾਉਣਾ, ਧਾਰਮਿਕ ਅਤੇ ਜਿਹੜੇ ਪੂੰਜੀਵਾਦ ਲੋਕ ਹੁੰਦੇ ਹਨ ਉਹਨਾਂ ਦੀ ਇੱਕ ਸਾਜ਼ਿਸ਼ ਤੋਂ ਛੁੱਟ ਮੈਨੂੰ ਨਹੀਂ ਲੱਗਦਾ ਕਿ ਕੁਝ ਹੋਰ ਹੈਗਾ। ਇੱਕ ਸਿਰਫ ਪੈਸੇ ਬਣਾਉਣਾ, ਅੰਧ ਵਿਸ਼ਵਾਸ ਲੋਕਾਂ ਦੇ ਵਿੱਚ ਜਿਹੜਾ ਨਾ ਪ੍ਰਿੰਸ ਜੀ ਇਹਦਾ ਬਾਜ਼ਾਰ ਬਹੁਤ ਜ਼ਿਆਦਾ ਫੈਲਿਆ ਹੋਇਆ ਆ ਹੈ ਨਾ। ਸੋ ਗਾਂ ਜਿਹੜੀ ਆ ਉਹ ਵੀ ਇੱਕ ਜੀਵ ਆ ਹੈ ਨਾ, ਅਤੇ ਅਸੀਂ ਇਸ ਦਾ ਇਸਤੇਮਾਲ ਅਸੀਂ ਬਾਕੀ ਜਾਨਵਰਾਂ ਵਾਂਗ ਹੀ ਕਰਦੇ ਹਾਂ ਹੈ ਨਾ। ਵੱਖੋ ਵੱਖਰੇ ਇਲਾਕਿਆਂ 'ਚ ਵੱਖ-ਵੱਖ ਕਿਸਮ ਦੇ ਜੀਵਾਂ ਅਤੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਪ੍ਰਿੰਸ ਜੀ ਟਿਕੀ ਹੋਈ ਆ। ਜਿਵੇਂ ਆਪਾਂ ਮੰਗੋਲੀਆ ਦੀ ਗੱਲ ਕਰ ਲਈਏ, ਉੱਥੇ ਘੋੜੇ ਹੋਣੇ ਜਿਹੜੇ ਆ ਪ੍ਰਿੰਸ ਜੀ ਬਹੁਤ ਜ਼ਿਆਦਾ ਜ਼ਰੂਰੀ ਨੇ। ਲੱਦਾਖ ਦੀ ਗੱਲ ਕਰ ਲਈਏ, ਉੱਥੇ ਯਾਕ ਅਤੇ ਭੇਡਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਰੇਗਿਸਤਾਨ ਦੀ ਆਪਾਂ ਗੱਲ ਕਰ ਲਈਏ, ਉੱਥੇ ਊਂਠਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਪੱਥਰੇ ਹਰਿਆਵਲ ਇਲਾਕਿਆਂ ਦੇ ਵਿੱਚ, ਜਿਵੇਂ ਜਿੱਥੇ ਅਸੀਂ ਰਹਿੰਦੇ ਹਾਂ ਪ੍ਰਿੰਸ ਜੀ, ਉੱਥੇ ਗਾਵਾਂ ਅਤੇ ਮੱਝਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਗਊ ਮੂਤਰ ਨੂੰ ਪਵਿੱਤਰ ਦੱਸਣ ਵਾਲਿਆਂ ਲਈ ਮੈਂ ਇੱਕ ਸਵਾਲ ਜ਼ਰੂਰ ਇੱਥੇ ਕਰਦਾ ਕਿ ਜਦੋਂ ਪ੍ਰਿੰਸ ਜੀ ਗਾਂ ਜਿਹੜੀ ਆ ਹੈ ਨਾ, ਗਾਂ ਜਦੋਂ ਗੰਦ ਕੂੜੇ ਦੇ ਵਿੱਚ ਮੂੰਹ ਮਾਰਦੀ ਆ, ਉਸ ਵੇਲੇ ਜਿਹੜੀ ਆ ਉਹ ਪਵਿੱਤਰਤਾ ਜਿਹੜੀ ਆ ਕਿੱਧਰ ਜਿਹੜੀ ਆ ਚਲੇ ਜਾਂਦੀ ਆ। ਜੇ ਗਊ ਮੂਤਰ ਪਵਿੱਤਰ ਹੈ ਤਾਂ ਜਦੋਂ ਗਾਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਉਸ ਤੋਂ ਬਾਅਦ ਸਾਨੂੰ ਉਸ ਦੀ ਲੋੜ ਨਹੀਂ ਰਹਿੰਦੀ ਅਤੇ ਫਿਰ ਅਸੀਂ ਗਾਂ ਨੂੰ ਅਵਾਰਾ ਛੱਡ ਦਿੰਦੇ ਹਾਂ। ਅਸੀਂ ਕਿਉਂ ਨਹੀਂ ਉਸ ਨੂੰ ਆਪਣੇ ਘਰ ਰੱਖ ਲੈਂਦੇ? ਦੁੱਧ ਨਾ ਸਹੀ, ਮੂਤਰ ਤਾਂ ਦਿੰਦੀ ਆ ਨਾ ਗਾਂ।
ਜੀ ਹੈ ਨਾ ਪ੍ਰਿੰਸੀ। ਅਰਬ ਮੁਲਕਾਂ ਦੇ ਵਸਿੰਦੇ ਜਿਹੜੇ ਆ ਨਾ, ਕੁਝ ਇੱਕ ਵਸਿੰਦੇ ਜਿਹੜੇ ਆ ਉਹ ਊਂਠ ਦਾ ਪਿਸ਼ਾਬ ਪੀਂਦੇ ਨੇ, ਕਿਉਂਕਿ ਕਈ ਵਾਰ ਰੇਗਿਸਤਾਨ ਦੇ ਵਿੱਚ ਪਾਣੀ ਨਸੀਬ ਨਹੀਂ ਹੁੰਦਾ, ਉਹ ਊਂਠ ਦਾ ਪਿਸ਼ਾਬ ਪੀ ਲੈਂਦੇ ਨੇ। ਇਸੇ ਤਰ੍ਹਾਂ ਖਾਸ ਫੌਜੀ ਜਿਹੜੇ ਹੁੰਦੇ ਨੇ, ਜਿਹੜੇ ਮਿਲਟਰੀ ਮੈਨ ਹੁੰਦੇ ਨੇ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ, ਅਗਰ ਕਿਤੇ ਐਸਾ ਵਕਤ ਆ ਜਾਏ ਤੇ ਉਹਨਾਂ ਨੂੰ ਕਦੀ ਪਾਣੀ, ਗੰਦਾ ਪਾਣੀ ਜਾਂ ਫਿਰ ਪਿਸ਼ਾਬ ਜੀਂਦੇ ਰਹਿਣ ਦੇ ਲਈ ਪੀਣਾ ਪਵੇ ਤੇ ਉਹ ਪੀ ਸਕਦੇ ਨੇ। ਘਾਹ ਫੂਸ ਖਾਣਾ ਹੋਵੇ ਤੇ ਉਹ ਖਾ ਸਕਦੇ ਨੇ, ਪੱਤੇ ਦਰਖਤਾਂ ਦੇ ਖਾਣੇ ਆ ਤੇ ਉਹ ਖਾ ਸਕਦੇ ਨੇ। ਉਹਨੂੰ ਇੱਕ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਆ ਜਿਹਦੇ ਕਰਕੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖਾ ਜਾਂ ਫਿਰ ਪੀ ਲੈਂਦੇ ਨੇ। ਪਿਸ਼ਾਬ ਤੇ ਗੋਹਾ ਜਿਹੜਾ ਆ ਨਾ, ਉਹ ਪ੍ਰਿੰਸੀ ਜੈਵਿਕ ਰਹਿੰਦਾ। ਉਹ ਵੀ ਜਿਹੜਾ ਗੂੰਦ ਜਿਹੜਾ ਆਪਾਂ ਗੰਦ ਕਹਿੰਦੇ ਹਾਂ, ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਉਹ ਰਹਿੰਦ ਖੂੰਦ ਹੁੰਦੀ ਆ। ਉਸ ਤੋਂ ਇਲਾਵਾ ਉਹ ਕੁਛ ਨਹੀਂ ਹੁੰਦਾ ਜਿਹੜਾ ਮੂਤਰਿਆ ਜਾਂ ਫਿਰ ਜਿਹੜਾ ਗੋਹਾ ਆ, ਹੈ ਨਾ। ਪਰ ਜਿਸ 'ਚ ਬੈਕਟੀਰੀਆ ਅਤੇ ਹੋਰ ਪਰਜੀਵੀਆਂ ਬਹੁਤ ਜ਼ਿਆਦਾ ਜਿਹੜੀਆਂ ਨਾ ਵਿਕਸਿਤ ਹੋ ਜਾਂਦੀਆਂ ਨੇ। ਇਹੋ ਕਾਰਨ ਹੈ ਕਿ ਪਿਸ਼ਾਬ ਦੇ ਵਿੱਚੋਂ ਜਿਹੜਾ ਆ ਉਹ ਮੁਸ਼ਕ ਆਉਂਦਾ, ਜਾਂ ਫਿਰ ਪਿਸ਼ਾਬ ਪੀਣ ਨਾਲ ਜਦੋਂ ਆਪਾਂ ਇਹਦਾ ਮੂੰਹ ਰਾਹੀਂ ਜਿਹੜੇ ਬੰਦੇ ਸੇਵਨ ਕਰਦੇ ਆ, ਜਦੋਂ ਮੂੰਹ ਰਾਹੀਂ ਦਾਖਲ ਹੁੰਦਾ, ਉਹ ਬਿਮਾਰੀਆਂ ਠੀਕ ਕਰਨਾ ਤਾਂ ਦੂਰ ਦੀ ਗੱਲ, ਮੈਨੂੰ ਲੱਗਦਾ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਜ਼ਰੂਰ ਬਣ ਜਾਂਦਾ ਹੋਵੇਗਾ। ਇਹ ਸਿਰਫ ਮੇਰਾ ਮੰਨਣਾ, ਮੇਰੇ ਮੰਨਣ ਮੁਤਾਬਕ ਇਹ ਜਿਹੜੇ ਨੇ ਇਹ ਸਾਰੇ ਦਾਅਵੇ ਨੇ ਗਲਤ ਨੇ ਕਿ ਇਸ ਦੇ ਵਿੱਚ ਐਂਟੀ ਬੈਕਟੀਰੀਆ ਗੁਣ ਹੁੰਦੇ ਨੇ। ਵੈਸੇ ਪਿਸ਼ਾਬ ਵੇਚਣ ਵਾਲੇ ਇਸ ਨੂੰ ਜਿਹੜਾ ਉਹ ਡਿਸਟਿਲਡ ਕਰ ਲੈਂਦੇ ਨੇ, ਗਰਮ ਪਾਣੀ, ਭਾਵ ਕਿ ਗਰਮ ਪਾਣੀ ਦੇ ਵਿੱਚ ਪਾ ਕੇ ਇਹਨੂੰ ਅੱਡ ਕਰ ਲੈਂਦੇ ਨੇ, ਤੇ ਜਿਹੜੇ ਹਾਨੀਕਾਰਕ ਪਦਾਰਥ ਆ ਉਹਨਾਂ ਨੂੰ ਅਲੱਗ ਕਰ ਲੈਂਦੇ ਨੇ। ਫਿਰ ਕੁਝ ਇੱਕ ਮਿਨਰਲ ਇਹਦੇ 'ਚ ਮਿਲਾ ਦਿੰਦੇ ਨੇ ਤੇ ਫਿਰ ਬੋਤਲ ਦੇ ਵਿੱਚ ਬੰਦ ਜਿਹੜਾ ਆ ਉਹ ਕਰ ਦਿੰਦੇ ਨੇ। ਪ੍ਰਿੰਸੀ, ਮੈਂ ਇੱਥੇ ਇੱਕ ਹੋਰ ਛੋਟੀ ਜਿਹੀ ਗੱਲ ਐਡ ਕਰਨੀ ਚਾਹੁੰਦਾ। ਜਿਹੜਾ ਮੂਤਰ ਆ, ਪਿਸ਼ਾਬ ਆ, ਉਹ ਨਾ ਉਹ ਸਿਰਫ ਪਿਸ਼ਾਬ ਹੀ ਹੈ, ਭਾਵ ਉਹ ਚਾਹੇ ਬੰਦੇ ਦਾ ਪਿਸ਼ਾਬ ਹੋਵੇ ਜਾਂ ਫਿਰ ਕਿਸੇ ਦੁਧਾਰੂ ਜੀਵ ਦਾ ਪਿਸ਼ਾਬ ਹੋਵੇ, ਇਹ ਤਕਰੀਬਨ ਇੱਕੋ ਜਿਹਾ ਹੀ ਹੁੰਦਾ। ਹਾਂ, ਖੁਰਾਕ ਕਰਕੇ ਕੁਝ ਫਰਕ ਜ਼ਰੂਰ ਇਹਦੇ 'ਚ ਹੋ ਸਕਦਾ। ਪਿਸ਼ਾਬ ਸਵਾਏ ਸਰੀਰ ਵਿੱਚੋਂ ਬਾਹਰ ਕੱਢੇ ਗਏ ਜ਼ਹਿਰ ਅਤੇ ਹੋਰ ਹਾਨੀਕਾਰਕ ਪਦਾਰਥਾਂ ਤੋਂ ਛੁੱਟ ਕੁਝ ਵੀ ਨਹੀਂ ਹੁੰਦਾ। ਪ੍ਰਿੰਸੀ, ਤੁਸੀਂ ਤੇ ਮੈਂ, ਆਪਾਂ 10ਵੀਂ ਤੱਕ ਪੜ੍ਹਿਆ, ਵਿਗਿਆਨ ਦੀ ਜਾਣਕਾਰੀ ਰੱਖਣ ਵਾਲਾ ਹਰ ਇੱਕ ਬੰਦਾ ਜਾਣਦਾ ਕਿ ਪਿਸ਼ਾਬ ਕਿਡਨੀਆਂ ਰਾਹੀਂ ਜਿਹੜਾ ਸਾਫ਼ ਕੀਤੇ ਗਏ ਖੂਨ ਦਾ ਬਚਿਆ ਹਿੱਸਾ ਜਿਹੜਾ ਹੁੰਦਾ, ਇਸ ਵਿੱਚ ਮੁੱਖ ਤੱਤ ਯੂਰੀਆ ਹੁੰਦਾ, ਜੋ ਕਿ ਖਾਦਾਂ ਵਿੱਚ ਵੀ ਵਰਤਿਆ ਜਾਂਦਾ। ਜਦੋਂ ਖੂਨ ਸਰੀਰ ਵਿੱਚੋਂ ਗੁਜ਼ਰਦਾ ਤੇ ਉਸ ਵਿੱਚ ਕਈ ਅਸ਼ੁੱਧੀਆਂ ਹੁੰਦੀਆਂ ਜਿਨ੍ਹਾਂ ਨੂੰ ਸਾਫ਼ ਕਰਨ ਦੀ ਲੋੜ ਹੁੰਦੀ ਹੈ, ਤੇ ਇਹ ਫਿਲਟਰ ਦਾ ਕੰਮ ਕਰਦੀਆਂ ਸਾਡੀਆਂ ਕਿਡਨੀਆਂ। ਜੀ ਬਿਲਕੁਲ। ਕਿਡਨੀਆਂ ਖੂਨ ਵਿੱਚੋਂ ਸਾਰੇ ਜ਼ਹਿਰੀਲੇ ਤੱਤ ਜਿਹੜੀਆਂ ਉਹ ਕੱਢ ਲੈਂਦੀਆਂ ਤੇ ਉਹਨਾਂ ਨੂੰ ਪਾਣੀ 'ਚ ਮਿਲਾ ਕੇ ਪਿਸ਼ਾਬ ਵਾਲੇ ਬਲੈਡਰ ਵੱਲ ਧੱਕ ਦਿੰਦੀਆਂ, ਮੀਨਸ ਘੱਲ ਦਿੰਦੀਆਂ, ਹੈ ਨਾ, ਜਿੱਥੋਂ ਇਹ ਫਾਲਤੂ ਤੱਤ ਸਰੀਰ ਤੋਂ ਪਿਸ਼ਾਬ ਰਾਹੀਂ ਬਾਹਰ ਆ ਜਾਂਦੇ ਨੇ। ਮਨੁੱਖ ਅਤੇ ਗਾਂ ਦੇ ਪਿਸ਼ਾਬ ਦੀ ਰਸਾਇਣਿਕ ਬਣਤਰ ਇੱਕੋ ਜਿਹੀ ਹੁੰਦੀ ਹੈ, ਜਿਵੇਂ ਕਿ ਕਿਡਨੀਆਂ ਪਿਸ਼ਾਬ ਵਿੱਚੋਂ ਯੂਰੋਕਨੀਸ ਦਾ ਜਾਂ ਉਹਦੇ ਵਿੱਚ ਜਿਹੜਾ ਇੱਕ ਇੰਜਾਇਨਸ ਹੁੰਦੇ ਆ, ਇੰਜਾਇਨਸ ਰਲਾ ਦਿੰਦੇ ਆ, ਹੈ ਨਾ। ਇਹ ਇੰਜਾਇਨਸ ਜਿਹੜੇ ਆ ਡਾਕਟਰ ਵੀ ਇਹਨਾਂ ਨੂੰ ਬਾਅਦ ਚੋਂ ਕੱਢ ਕੇ ਜਿਹੜੇ ਆ ਯੂਜ਼ ਕਰਦੇ ਆ, ਹੈ ਨਾ। ਇਹ ਇੰਜਾਇਨਸ ਜਿਹੜੇ ਹੁੰਦੇ ਆ ਇਹ ਪਿਸ਼ਾਬ 'ਚ ਇਸ ਕਰਕੇ ਹੁੰਦੇ ਆ ਕਿ ਉਹ ਸਾਡੀਆਂ ਜਿਹੜੀਆਂ ਨਾੜਾਂ ਆ ਉਹਨਾਂ ਦੇ ਵਿੱਚ ਰੁਕੇ ਨਾ ਤੇ ਉਹਨਾਂ ਦੇ ਵਿੱਚ ਜੰਮੇ ਨਾ, ਹੈ ਨਾ। ਸੋ ਮੈਨੂੰ ਇਹਦੇ ਵਿੱਚ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਲੱਗਦੀ ਕਿ ਪਿਸ਼ਾਬ ਪੀਣ ਦੇ ਨਾਲ ਤੁਹਾਨੂੰ ਕੋਈ ਫਾਇਦਾ ਜਿਹੜਾ ਆ ਉਹ ਹੋ ਸਕਦਾ। ਮੀਨਸ ਜਿਹੜੇ ਬੋਤਲਾਂ 'ਚ ਵੀ ਬਣਾ ਕੇ ਵੇਚਦੇ ਨੇ ਉਹ ਵੀ ਉਹਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਕਰਕੇ ਤੇ ਫੇਰ ਹੀ ਵੇਚਦੇ ਨੇ। ਤੁਹਾਡਾ ਕੀ ਮੰਨਣਾ ਪ੍ਰਿੰਸ ਜੀ? ਜੀ ਬਿਲਕੁਲ। ਜੇ ਇੱਕ ਐਗਜ਼ਾਮਪਲ ਹੋਰ ਆਪਾਂ ਦੇ ਦਿੰਦੇ ਹਾਂ ਕਿ ਜੇ ਕਿਸੇ ਦੇ ਪੱਥਰੀ ਹੋ ਜਾਂਦੀ ਆ ਜੀ, ਉਹਨੂੰ ਕਹਿੰਦੇ ਵੱਧ ਤੋਂ ਵੱਧ ਪਾਣੀ ਪੀ, ਜਾਂ ਫਿਰ ਜ਼ਿਆਦਾ ਜਿਹੜਾ ਡਰਿੰਕ ਵਗੈਰਾ ਕਰ ਲੈਂਦਾ ਉਹਨੂੰ ਕਹਿੰਦੇ ਬੀਅਰ ਪੀ। ਜਿਹੜੀ ਪੱਥਰੀ ਆ ਉਹਦੇ ਖੂਨ ਰਾਹੀਂ ਨਿਕਲ ਸਕਦੀ ਆ, ਤੇ ਜੇ ਪਿਸ਼ਾਬ ਪੀਤੇ ਸਾਰਾ ਇਲਾਜ ਹੋ ਜਾਣਾ, ਫਿਰ ਉਹ ਪੱਥਰੀ ਜਦੋਂ ਨਿਕਲਦੀ, ਜੇ ਬੰਦਾ ਉਹ ਪੀ ਗਿਆ ਉਹ ਫਿਰ ਅੰਦਰ ਚਲੇਗੀ। ਜੀ। ਸੋ ਮੈਂ ਚਾਹੁੰਦਾ ਕਿ ਕਿਉਂਕਿ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਉਹ ਸਾਡੇ ਨਾਲੋਂ ਵੀ ਵੱਧ ਜਾਣਕਾਰੀ ਰੱਖਦੇ ਹੋਣਗੇ, ਹੈ ਨਾ। ਸ਼ਾਇਦ ਅਸੀਂ ਕੁਝ ਗਲਤ ਵੀ ਤੁਹਾਡੇ ਤੱਕ ਜਿੰਨੀ ਕੁ ਅਸੀਂ ਦਿੱਤੀ ਹੈ ਇਨਫੋਰਮੇਸ਼ਨ ਸਾਡੀ ਗਲਤ ਵੀ ਹੋ ਸਕਦੀ ਆ। ਤੁਸੀਂ ਸਾਨੂੰ ਕਰੈਕਟ ਕਰਨਾ ਚਾਹੁੰਦੇ ਹੋ ਜਾਂ ਫਿਰ ਸਾਡੀ ਤੇ ਹੋਰ ਸੁਣਨ ਵਾਲਿਆਂ ਦੀ ਜਾਣਕਾਰੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਹੋ, ਤੇ ਸਟੂਡੀਓ ਦਾ ਨੰਬਰ ਹੈਗਾ 905 601 1350, 905 601 1350, ਤੇ ਜਿਹੜੀ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਫਾਲਕਨ ਮੋਟਰ ਐਕਸਪ੍ਰੈਸ 905 951 4500, ਬਰੈਂਪਟਨ ਟੂ US, ਬਰੈਂਪਟਨ ਟੂ ਮੌਂਟਰੀਅਲ ਵਾਸਤੇ AZ ਡਰਾਈਵਰ ਚਾਹੀਦੇ ਨੇ। 1 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਫਲੈਟਬੈਡ ਟੂ ਡਰਾਈ ਲੋਡ ਵਾਸਤੇ ਓਨਰ, ਆਪਰੇਟਰ ਅਤੇ ਡਰਾਈਵਰ ਚਾਹੀਦੇ ਨੇ। ਏਅਰਪੋਰਟ ਅਤੇ ਮੇਫੀਲਡ ਦੇ ਕਾਰਨਰ 'ਤੇ ਇਹਨਾਂ ਦਾ ਹੈੱਡ ਆਫਿਸ ਆ। ਨੰਬਰ ਟੂ ਕਾਲ 905 951
4545 ਤੇ ਕਾਲ ਕਰ ਸਕਦੇ ਹੋ। ਰਾਇਲ ਲੀਪੇਜ ਫਲਾਵਰ ਸਿਟੀ 905 230 3100। ਇਕਬਾਲ ਭੰਗੂ ਤੇ ਨਿਰਮਲ ਬਰਾੜ। ਤੁਹਾਡੇ ਕੋਲ ਰੀਅਲ ਸਟੇਟ ਦਾ ਲਾਇਸੈਂਸ ਹੈ, ਇੱਕ ਚੰਗੀ ਬ੍ਰੋਕਰੇਜ ਨੂੰ ਜੁਆਇਨ ਕਰਨਾ ਚਾਹੁੰਦੇ ਆ ਤੇ ਕਾਲ ਕਰੋ 905 230 3100। ਪ੍ਰਿੰਸ ਜੀ, ਗਾਣੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਗਲਤ ਬੋਲਿਆ ਉਹਨਾਂ ਨੇ? ਮੇਰੇ ਹਿਸਾਬ ਨਾਲ ਤਾਂ ਕੋਈ ਖਾਸ ਗਲਤ ਨਹੀਂ ਹੈ, ਕਿਉਂਕਿ ਮੈਂ ਆਲਰੇਡੀ 2-3 ਵਾਰ ਗਾਣਾ ਸੁਣਿਆ ਵਾ। ਸੱਚੀਆਂ ਹੀ ਗੱਲਾਂ ਉਹਨਾਂ ਨੇ ਕੀਤੀਆਂ। ਤੁਸੀਂ ਉਹ ਗੀਤ ਦੇ ਬੋਲ ਦੁਬਾਰਾ ਲਾ ਸਕਦੇ? ਉਨੇ ਕੁ ਪਹਿਲੇ ਟੱਪੇ 'ਚ ਗੱਲ ਕਹੀ ਆ ਉਹਨਾਂ ਨੇ। ਹਾਂਜੀ, ਮੈਂ ਦੁਬਾਰਾ ਜਿਹੜਾ ਰਣਜੀਤ ਬਾਵੇ ਉਹਨਾਂ ਦਾ ਗੀਤ ਆ ਦੁਬਾਰਾ ਲਾ ਦਿੰਦਾ ਵਾ। ਮੈਂ ਚਾਹੁੰਦਾ ਕਿ ਆਪਾਂ ਸਾਰੇ ਜਾਣੇ ਜਿਹੜਾ ਆ, ਚਲੋ ਕਿਤੇ ਨਾ ਕਿਤੇ, ਮੈਨੂੰ ਨਹੀਂ ਪਤਾ ਹਲੇ ਕੇਸ ਹੋਇਆ ਕਿ ਨਹੀਂ ਹੋਇਆ, ਜਾਂ ਗੱਲ ਚੱਲੀ ਆ, ਜਾਂ ਉਹਨਾਂ ਨੇ ਮੁਆਫੀ ਮੰਗੀ ਕਿ ਨਹੀਂ ਮੰਗੀ। ਕੋਈ ਕਹਿੰਦੇ ਆ ਵੀ ਜਿੱਦਾਂ ਡਿਲੀਟ ਵੀ ਹੋਈ ਆ, ਪਰ ਕਈਆਂ ਨੇ ਉਹਦੀ ਵੀਡੀਓ ਬਣਾ ਕੇ ਉਹਨੂੰ ਗਾਂਹ ਵੀ ਕੀਤਾ। ਚਲੋ ਉਹ ਸ਼ਾਇਦ ਕਿਉਂਕਿ ਕਲਾਕਾਰ ਨੇ, ਕਲਾਕਾਰ ਸਾਰਿਆਂ ਦੇ ਸਾਂਝੇ ਹੁੰਦੇ ਨੇ, ਉਹਨਾਂ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ, ਅਤੇ ਮਾਫੀ ਮੰਗਣਾ ਵੀ ਕੋਈ ਵੱਡੀ ਗੱਲ ਨਹੀਂ। ਮਾਫੀ ਮੰਗਣ ਨਾਲ ਵੀ ਬੰਦਾ ਵੱਡਾ ਹੀ ਹੁੰਦਾ। ਪਰ ਵੈਸੇ ਆਪਾਂ ਇਨ ਜਨਰਲ ਗੱਲ ਕਰਦੇ ਹਾਂ ਕਿ ਕੀ ਉਸ ਗਾਣੇ ਦੇ ਵਿੱਚ ਗਲਤ ਕੀ ਸੀ। ਆਓ ਮੈਨੂੰ ਲੱਗਦਾ ਪ੍ਰਿੰਸੀ ਨੇ ਕਿਊ ਕਰ ਲਿਆ, ਅਤੇ ਉਹਦੇ ਜਿਹੜੇ ਸਿਰਫ ਉਨੇ ਕੁ ਬੋਲ ਸੁਣਾਂਗੇ ਅਤੇ ਫਿਰ ਉਸ ਦੇ ਉੱਤੇ ਆਪਾਂ ਚਰਚਾ ਜਿਹੜੀ ਆ ਅੱਗੇ ਚੱਲ ਕੇ ਕਰਾਂਗੇ। ਜੀ ਪ੍ਰਿੰਸੀ। ਜੀ ਬਿਲਕੁਲ। ਕੈਸੀ ਤੇਰੀ ਮੱਤ ਲੋਕਾ, ਕੈਸੀ ਤੇਰੀ ਬੁੱਧਿਆ, ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧਿਆ, ਮੁੱਕੀਆਂ ਤੇ ਪੱਥਰਾਂ ਨੂੰ ਦੁੱਧ। ਉਹ ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ, ਮੱਚ ਜਾਣਾ ਜੁੱਧਿਆ। ਗਰੀਬੜੇ ਦੀ ਸ਼ੋ ਮਾੜੀ, ਗਊ ਦਾ ਮੂਤ ਸ਼ੁੱਧਿਆ, ਗਊ ਦਾ ਮੂਤ ਸ਼ੁੱਧ। ਚਲੋ ਮੰਨਿਆ ਵੀ ਤਗੜਾ। ਪ੍ਰਿੰਸੀ ਕੀ ਕਹਿੰਦਾ ਇੱਥੇ ਇਹ? ਕਿ ਗਰੀਬੜੇ ਦੀ ਸ਼ੋਅ ਮਾੜੀ ਆ। ਵੀ ਜੇ ਗਰੀਬ ਕਿਸੇ ਨੂੰ ਸ਼ੋਅ ਲੈਂਦਾ ਤੇ ਉਹ ਕਹਿ ਦਿੰਦੇ ਜੀ ਸ਼ੋਅ ਮਾੜੀ ਆ ਜੀ, ਇਹ ਛੋਟੀ ਜਾਤ ਨੂੰ, ਜਾਂ ਉਰਾ ਪੁਰਾ, ਖਾਸ ਕਰਕੇ ਜੇ ਬਿਹਾਰ ਵਾਲੀਆਂ ਜਾਂ ਇਹ ਸਟੇਟਾਂ ਵੇਖ ਲਈਏ, ਯੂਪੀ ਵੱਲ, ਉੱਧਰ ਇਹ ਬਹੁਤ ਵੇਖਣ ਨੂੰ ਮਿਲਦਾ ਵਾ ਵੀ ਜਿਹੜੀ ਛੋਟੀ ਜਾਤ ਵਾਲਿਆਂ ਨੂੰ ਆਪਣੇ ਖੂਹ ਤੋਂ ਜਾਂ ਆਪਣੇ ਨਲਕੇ ਤੋਂ ਪਾਣੀ ਤੱਕ ਨਹੀਂ ਭਰਨ ਦਿੱਤਾ ਜਾਂਦਾ। ਜੀ। ਈਵਨ ਉਹਨਾਂ ਦੇ ਜਿਹੜੇ ਬਰਤਨ ਆ ਖਾਣ ਪੀਣ ਵਾਲੇ, ਜਦੋਂ ਸਾਡੇ ਨਾਲ ਵੀ ਘਰਾਂ 'ਚ ਕੰਮ ਕਰਦੇ ਆ, ਉਹ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਉਹਨਾਂ ਦੇ ਬਰਤਨ ਭਾਂਡੇ ਵੀ ਜਿਹੜੇ ਅਲੱਗ ਰੱਖਦੇ ਆ। ਸੋ ਗਰੀਬੜੇ ਦੀ ਸ਼ੋਅ ਜਿਹੜੀ ਆ, ਛੋਹਣਾ ਉਹ ਬੁਰਾ, ਪਰ ਗਊ ਦਾ ਮੂਤਰ ਉਸ ਮੁਲਕ ਦੇ ਵਿੱਚ ਕਹਿੰਦੇ ਸ਼ੁੱਧ ਆ। ਸੋ ਸਿਰਫ ਉਹਨੇ ਇਹ ਗੱਲ ਹੀ ਕਹੀ ਆ, ਹੈ ਨਾ, ਵੀ ਗਊ ਦਾ ਮੂਤਰ ਜਿਹੜਾ ਸ਼ੁੱਧ ਆ। ਜੇ ਕੋਈ ਹੋਰ ਵੀ ਸਾਨੂੰ ਸਮਝਾਉਣਾ ਚਾਹੁੰਦਾ ਵੀ ਇਹਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਆ, ਮੈਨੂੰ ਖਾਸ ਕਰਕੇ ਨਹੀਂ ਲੱਗਦਾ ਵੀ ਉਹਨਾਂ ਨੇ ਕਿਸੇ ਨੂੰ ਠੇਸ ਪਹੁੰਚਾਈ ਆ। ਉਹਨਾਂ ਨੇ ਇਹ ਜਿਹੜੇ ਜੋ ਸਾਡੇ ਮੁਲਕ ਦੇ ਵਿੱਚ ਚੱਲਦਾ, ਜਿਵੇਂ ਵੀ ਕਿਸੇ ਜਿਹੜੇ ਨੀਵੀਂ ਜਾਤ ਦੇ ਲੋਕ ਨੇ, ਹੈ ਨਾ, ਵੈਸੇ ਤਾਂ ਜਾਤਾਂ ਜਿਹੜੀਆਂ ਆ ਉਹ ਅਸੀਂ ਬਣਾਈਆਂ, ਅਸੀਂ ਇੱਕ ਦੂਜੇ ਨੂੰ ਕਹਿ ਲੈਂਦੇ ਹਾਂ ਵੀ ਨੀਵੀਂ ਜਾਤ, ਜਾਂ ਤੂੰ ਆਹ ਆ, ਜਾਂ XYZ ਆ, ਜਾਂ ABC ਆ, ਹੈ ਨਾ। ਸੋ ਮੀਨਸ ਵੀ ਜੇ ਕੋਈ ਨੀਵੀਂ ਜਾਤ ਦਾ ਛੂਹ ਲੈਂਦਾ, ਜਾਂ ਅਸੀਂ ਉਹਨਾਂ ਦੇ ਭਾਂਡੇ ਜਾਂ ਫਿਰ ਉਹਨਾਂ ਦਾ ਖਾਣਾ ਅਲੱਗ ਰੱਖਦੇ ਹਾਂ, ਉਸੇ ਤਰ੍ਹਾਂ ਉਸ ਮੁਲਕ ਦੇ ਵਿੱਚ ਜਿਹੜਾ ਗਊ ਮੂਤਰ ਆ, ਕੁਝ ਕੁ ਲੋਕਾਂ ਵੱਲੋਂ ਜਿਹੜਾ ਉਹਨੂੰ ਸ਼ੁੱਧ ਬਣਾਇਆ ਗਿਆ, ਉਹਦੀ ਉਹਨਾਂ ਨੇ ਗੱਲ ਕੀਤੀ ਆ। ਉਹਨਾਂ ਨੇ ਕੁਝ ਮਾੜਾ ਨਹੀਂ ਕਿਹਾ, ਹੈ ਨਾ। ਉਹਨੂੰ ਲੈ ਕੇ ਜਿਹੜਾ ਵਿਵਾਦ ਪੰਜਾਬ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਬਣਿਆ ਹੋਇਆ, ਤੁਸੀਂ ਇਹਦੇ ਵਿੱਚ ਕੋਈ ਇਨਪੁੱਟ ਪਾਉਣੀ ਚਾਹੁੰਦੇ ਹੋ? ਬਹੁਤ ਸਾਰੇ ਦੋਸਤ ਮਿੱਤਰ ਸਾਡੇ, ਜਗਰੂਪ ਸੋਲ ਸਾਹਿਬ ਮੇਰੇ ਕੋਲੀਗ ਨੇ, ਛੋਟਾ ਵੀਰ ਆ ਮੇਰਾ ਕਿੰਦਰ ਹੇਅਰ ਸਟਾਈਲ ਗਿੱਲ ਸਾਹਿਬ, ਉਹ ਵੀ ਦੇਖਦੇ ਨੇ, ਗੁਰਵਿੰਦਰ ਸਿੰਘ ਗਿੱਲ ਸਾਹਿਬ, ਲਾਲੀ ਪੰਨੂ ਜੀ, ਤਜਿੰਦਰ ਸਿੰਘ ਮਾਡਰਨ ਸ਼ੂਜ਼ ਤੋਂ ਸਾਡੇ ਫਗਵਾੜੇ ਤੋਂ ਵਾਚ ਕਰ ਰਹੇ ਨੇ, ਮਨਦੀਪ ਗਰੇਵਾਲ ਜੀ ਪ੍ਰਾਹੁਣਾ ਸਾਡਾ, ਪ੍ਰੀਤ ਰਖੜਾ ਜੀ, ਉਹ ਵੀ ਸਾਨੂੰ ਵਾਚ ਕਰ ਰਹੇ ਨੇ, ਬਲਜਿੰਦਰ ਸਿੰਘ ਜਗੈਡੂ, ਉਹ ਵੀ ਸਾਨੂੰ ਦੇਖ ਰਹੇ ਨੇ, ਕੁਲਵੰਤ ਸਿੱਧੂ ਜੀ, ਹਰੀਸ਼ ਕੁਮਾਰ ਜੀ, ਮਨਦੀਪ ਸੰਧੂ ਜੀ, ਬਹੁਤ ਸਾਰੇ ਲੋਕ ਸਾਨੂੰ ਇਸ ਵੇਲੇ ਫੇਸਬੁੱਕ ਦੇ ਉੱਤੇ ਦੇਖ ਰਹੇ ਨੇ। ਉਹਨਾਂ ਸਾਰਿਆਂ ਨੂੰ ਹੀ ਇੱਕ ਵਾਰ ਫਿਰ ਤੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਾਡਾ ਤੁਹਾਡਾ ਸਾਥ ਜਿਹੜਾ ਆ ਉਹ 12 ਵਜੇ ਤੱਕ ਦਾ ਰਹਿਣਾ ਹੈ। 11:28 ਇਸ ਵੇਲੇ ਹੋ ਗਏ ਨੇ। ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਮੈਨੂੰ ਨੋ ਪ੍ਰਿੰਸ ਜੀ, ਸ਼ਾਇਦ ਤੁਹਾਨੂੰ, ਸਾਨੂੰ, ਜਾਂ ਫਿਰ ਕੁਝ ਕੁ ਲੋਕਾਂ ਨੂੰ ਲੱਗਦਾ ਹੋਵੇ ਕਿ ਗਊ ਮੂਤ ਜਿਹੜਾ ਆ ਉਹ, ਜਾਂ ਫਿਰ ਰਣਜੀਤ ਬਾਵੇ ਹੋਲਾਂ ਜਿਹੜੀ ਗੱਲ ਕੀਤੀ ਗਈ ਆ ਉਹ ਗਲਤ ਕੀਤੀ ਗਈ ਹੈ। ਸ਼ਾਇਦ ਸਾਡੇ ਲਿਸਨਰਸ ਨੂੰ ਇਹ ਗੱਲ ਠੀਕ ਲੱਗਦੀ ਹੋਵੇ, ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਵਾਂਗ ਸ਼ਾਇਦ ਸਾਡੇ ਲਿਸਨਰ ਜਾਂ ਫਿਰ ਜਿਹੜੇ ਸਾਨੂੰ ਇਸ ਵੇਲੇ ਦੇਖ ਰਹੇ ਆ ਉਹਨਾਂ ਨੂੰ ਵੀ ਠੀਕ ਲੱਗਦੀ ਹੋਵੇ ਕਿ ਰਣਜੀਤ ਬਾਵੇ ਵੱਲੋਂ ਜਿਹੜੀ ਗੱਲ ਕੀਤੀ ਗਈ ਆ ਉਹ ਠੀਕ ਆ। ਪਰ ਜੇ ਤੁਹਾਨੂੰ ਜੇ ਠੀਕ ਵੀ ਲੱਗਦੀ ਆ, ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ। ਜੇ ਤੁਹਾਨੂੰ ਠੀਕ ਵੀ ਲੱਗਦੀ, ਤੁਸੀਂ ਕਾਲ ਜ਼ਰੂਰ ਕਰੋ। ਮੈਂ ਚਾਹੁੰਦਾ ਇਹਦੇ 'ਤੇ ਥੋੜ੍ਹੀ ਜਿਹੀ ਅਸੀਂ ਚਰਚਾ ਜਿਹੜੀ ਆ ਉਹ ਕਰੀਏ। ਜੇਕਰ ਜਗਰੂਪ ਬਾਲ ਸਾਹਿਬ ਤੁਸੀਂ ਕਾਲ ਕਰ ਸਕਦੇ ਹੋ, ਤੁਸੀਂ ਕਰ ਲਓ, ਲਾਲੀ ਜੀ, ਜਾਂ ਜਿੰਨੇ ਵੀ, ਮੈਨੂੰ ਹੁਣ ਪਤਾ ਨਹੀਂ ਰੇਡੀਓ 'ਤੇ ਕਿੰਨੇ ਕੁ ਸਾਨੂੰ ਸੁਣ ਰਹੇ ਨੇ। ਸਟੂਡੀਓ ਦਾ ਨੰਬਰ ਮੈਂ ਇੱਕ ਵਾਰ
ਵਾਰ ਜ਼ਰੂਰ ਦੇਣਾ ਚਾਹੁੰਦਾ 905 601 1350 905 601 1350 ਦੇ ਉੱਤੇ ਕਾਲ ਜਿਹੜੀ ਆ ਉਹ ਕਰ ਸਕਦੇ ਹੋ। ਪ੍ਰਿੰਸ ਜੀ, ਬਾਬਾ ਸਾਹਿਬ ਨਾਲ ਤੁਹਾਡੀ ਕੀ ਗੱਲ ਹੋਈ ਸੀ? ਆਉਣਗੇ ਉਹ ਇੱਕ ਅੱਧੇ ਦਿਨ ਦੇ ਵਿੱਚ? ਹਾਂਜੀ, ਮੈਨੂੰ ਅੱਜ ਹੀ ਮੈਂ ਗੱਲ ਕਰ ਰਿਹਾ ਸੀ ਉਹਨਾਂ ਨਾਲ ਆਉਂਦਿਆਂ, ਤੇ ਕਹਿੰਦੇ ਸੀ ਕਿ 1-2 ਦਿਨ ਦੇ ਤੇ ਮੈਂ ਵਾਪਸ ਕਰਦਾ, ਨਾਲੇ ਕਹਿੰਦੇ TV ਤੇ ਵੀ ਇੰਟਰਵਿਊ ਕਰ ਲਾਂਗੇ ਤੇ ਨਾਲ ਲੱਗਦੀ ਆਪਾਂ ਰੇਡੀਓ ਤੇ ਵੀ ਕਰ ਲਾਂਗੇ। ਮੇਰੀ ਗੱਲ ਹੋਈ ਸੀ ਉਹਨਾਂ ਨਾਲ ਅੱਜ, ਕਿਉਂਕਿ ਫਿਰ ਜਦੋਂ ਇੱਦਾਂ ਦੀ ਸਿਚੁਏਸ਼ਨ ਆਉਂਦੀ ਆ ਤੇ ਫਿਰ ਬੰਦਾ ਥੋੜਾ ਪਰੇਸ਼ਾਨ ਤੇ ਹੁੰਦਾ ਹੀ ਹੈ ਜੀ। ਬਿਲਕੁਲ, ਨਾਲੇ ਐਕਸਪਰਟ ਦੀ ਜਿਹੜੀ ਆ ਉਹ, ਕਿਉਂਕਿ ਜਿਹੜੇ ਆਰਟਿਸਟ ਰਣਜੀਤ ਬਾਵਾ ਜੀ ਹੈਗੇ ਨੇ ਇਸ ਵੇਲੇ, ਐਕਸਪਰਟ ਦਾ ਸ਼ਾਇਦ ਉਹਨਾਂ ਨੇ ਵੀ ਸਹਾਰਾ ਲੈਣਾ ਹੋਵੇ। ਉੱਥੇ ਮੈਂ ਨਾਲ ਦੀ ਨਾਲ ਸੰਦੇਸ਼ ਜਿਹੜੇ ਆ ਉਹ ਵੀ ਸਾਂਝੇ ਕਰਦੇ ਜਾਵਾਂ। ਗੁਰੂ ਟਰੱਕ ਲੋਨ ਅਤੇ ਗੁਰੂ ਟਰੱਕ ਸੇਲ, ਅਗਰ ਤੁਸੀਂ ਟਰੱਕ ਖਰੀਦਣਾ ਚਾਹੁੰਦੇ ਹੋ ਤੇ ਤੁਸੀਂ ਗੁਰੂ ਟਰੱਕ ਸੇਲ ਤੇ ਜਾ ਸਕਦੇ ਹੋ। 120 ਵੱਕ ਡਰਾਈਵ ਬਰੈਂਪਟਨ ਦੇ ਵਿੱਚ ਤੁਸੀਂ ਜਾ ਸਕਦੇ ਹੋ। ਨੰਬਰ 416 846 2020 ਤੇ ਕਾਲ ਕਰ ਸਕਦੇ ਹੋ। ਇੱਥੋਂ ਟਰੱਕ ਲਓ, ਇਹ ਲੋਨ ਤੁਹਾਡਾ ਜਿਹੜਾ ਕਰਵਾ ਦਿੰਦੇ ਨੇ ਜੀ। ਪ੍ਰਿੰਸ ਜੀ? ਜੀ ਬਿਲਕੁਲ, ਤੇ ਨਾਲ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨੂੰ ਜੋੜਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਮੈਂ ਪਹਿਲੀ ਵਾਰ ਕਰਨ ਲੱਗਿਆ ਤੁਹਾਨੂੰ ਜੀ, ਥੈਂਕ ਯੂ। ਮੈਨੂੰ ਤੁਹਾਡੀ ਗੱਲ ਬਹੁਤ ਪਸੰਦ ਲੱਗੀ। ਧੰਨਵਾਦ ਜੀ। ਕੀ ਨਾਮ ਆਪ ਜੀ ਦਾ? ਮੇਰਾ ਨਾਮ ਸਤਨਾਮ ਸਿੰਘ ਸਰਾਂ ਸਰ। ਜੀ ਸਤਨਾਮ ਜੀ, ਕੀ ਤੁਸੀਂ ਸੋਚਦੇ ਆ ਵੀ ਜਿਹੜੀ ਬਾਵੇ ਨੇ ਗੱਲ ਕੀਤੀ ਉਹ ਮਾੜੀ ਕੀਤੀ ਹੈ? ਨਹੀਂ ਜੀ, ਬਹੁਤ ਵਧੀਆ ਕੀਤੀ ਹੈ, ਪੂਰੀ ਖਰੀ ਕੀਤੀ ਹੈ। ਦੋਨੇ ਗੱਲਾਂ ਕੀਤੀਆਂ ਉਹਨੇ ਖਰੀਆਂ। ਇੱਕ ਤਾਂ ਮੁੱਕੀਆਂ ਵਾਲੀ ਗੱਲ ਜਿਹੜੀ ਜੀ, ਇੱਕ ਇਹਨੇ ਜਿਹੜੀ ਪਿਸ਼ਾਬ ਦੀ ਗੱਲ ਕਰੀ ਹੈ, ਦੋਨੇ ਖਰੀਆਂ ਗੱਲਾਂ ਜੀ। ਬਿਲਕੁਲ ਜੀ ਬਿਲਕੁਲ। ਤੇ ਬਹੁਤ ਆਪਾਂ ਨੂੰ ਭੁੱਖ ਲੱਗੀ ਤਾਂ ਆਪਾਂ ਹੁਣੇ ਕਹਿ ਕੇ ਘਾਹ ਪੱਤਾ ਖਾ ਸਕਦੇ ਆਪਾਂ ਜੀ। ਅੱਛਾ, ਜੇ ਆਪਾਂ ਨੂੰ ਪਿਆਸ ਵੀ ਲੱਗੀ ਆ ਉਸ ਵਕਤ ਵਾਸ਼ਰੂਮ ਵੀ ਪੀ ਸਕਦੇ ਆਪਾਂ। ਜੀ ਜੀ। ਜਿਹੜੀਆਂ ਮੁੱਕੀਆਂ ਉਹ ਦੁਖੀਆਂ ਉਹਨਾਂ ਨੂੰ, ਲੋਕਾਂ ਨੂੰ। ਬਿਲਕੁਲ ਜੀ ਬਿਲਕੁਲ। ਮੁੱਕੀਆਂ ਕਿਉਂਕਿ ਭੁੱਖੇ ਬੰਦੇ ਨੇ ਹਰੇਕ ਚੀਜ਼ ਭੱਜ ਕੇ ਪੈਂਦਾ ਉਹ ਜੀ। ਅੱਛਾ, ਮੁੱਕੀਆਂ ਉਹਦੇ ਪੈ ਗਈਆਂ, ਉਹ ਗੱਲ ਉਹਨਾਂ ਨੂੰ ਦੁੱਖ ਲੱਗੀ ਹੈ ਸਿਰਫ, ਹੋਰ ਨਹੀਂ ਕਰ ਕੋਈ ਜੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਕਾਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਕੋਈ ਵਿਸ਼ਾ ਹੁੰਦਾ। ਮੈਂ ਕਿਹਾ ਬਾਈ ਜੀ ਪਹਿਲੇ ਦਿਨ ਹੀ ਪ੍ਰੋਗਰਾਮ ਸੁਣਿਆ, ਮੈਂ ਤਾਂ ਪਹਿਲੇ ਦਿਨ ਹੀ ਕਾਲ ਕਰੀ ਤੁਹਾਨੂੰ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਸਰ, ਥੈਂਕਸ ਲਾਟ। ਔਰ ਨੈਕਸਟ ਕਾਲ ਤੇ ਚੱਲਦੇ ਹਾਂ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪਲੀਜ਼। ਹੈਲੋ। ਹਾਂਜੀ ਵੀਰ ਜੀ, 7274। ਹਾਂਜੀ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਟੈਕਨੀਕਲੀ ਦੇਖਿਆ ਜਾਵੇ ਤਾਂ ਉਹਨੇ ਗਊ ਮੂਤਰ ਨੂੰ ਮਾੜਾ ਵੀ ਨਹੀਂ ਕਿਹਾ ਹੈਗਾ ਜੀ। ਉਹਦਾ ਪੁੱਛਿਆ, ਤੁਹਾਨੂੰ ਸਵਾਲ ਕੀਤਾ, ਗਰੀਬ ਦੀ ਸ਼ੋਅ ਮਾੜੀ ਰੱਖੀ, ਗਊ ਮੂਤਰ ਸ਼ੁੱਧ, ਤੁਸੀਂ ਜੇ ਤੁਹਾਨੂੰ ਸ਼ੁੱਧ ਲੱਗਦਾ ਕਿ ਹਾਂ ਕਿ ਚੁੱਪ ਕਰ ਜਾਓ। ਸਵਾਲ ਕੀਤਾ ਉਹਨਾਂ ਨੇ ਇੱਕ, ਬਿਲਕੁਲ ਜੀ ਤੁਹਾਡੀ ਗੱਲ। ਹਾਂਜੀ ਹਾਂਜੀ। ਬਸ ਮੇਰਾ ਵੀ ਪ੍ਰਿੰਸ ਜੀ ਇਹੀ ਮੰਨਣਾ ਵੀ ਉਹਨਾਂ ਨੇ ਤਾਂ ਸਾਨੂੰ ਯਾਦ ਕਰਾਈਆਂ, ਉਹ ਚੀਜ਼ਾਂ ਦੱਸੀਆਂ ਆ ਜਾਂ ਸਵਾਲ ਕੀਤਾ। ਉਹਨਾਂ ਨੇ ਤਾਂ ਕਿਹਾ ਹੀ ਨਹੀਂ ਵੀ ਗਊ ਮੂਤਰ ਮਾੜਾ ਹੈ ਨਾ। ਤੇ ਇਹ ਜਿਹੜਾ ਚਰਚਾ ਦਾ ਇਸ਼ੂ ਮੇਰੇ ਹਿਸਾਬ ਨਾਲ ਬਣਨਾ ਚਾਹੀਦਾ ਨਹੀਂ ਸੀਗਾ, ਪਰ ਬਣਨਾ ਚਾਹੀਦਾ ਜੀ। ਇਹ ਤਾਂ ਬਣਾਇਆ ਗਿਆ, ਆਪੇ ਬਣਾਇਆ ਬਿਨਾਂ ਕਿਸੇ ਗੱਲ ਤੋਂ। ਉਹਨੇ ਸਵਾਲ ਕੀਤੇ, ਤੁਹਾਨੂੰ ਤੁਸੀਂ ਜਵਾਬ ਦਿਓ ਤੇ ਚੁੱਪ ਕਰ ਜਾਓ। ਜੀ 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 ਜੀ। ਸੋ ਬਹੁਤ ਮਿਹਰਬਾਨੀ ਸਰ, ਥੈਂਕ ਯੂ ਵੈਰੀ ਵੈਰੀ ਮੱਚ। ਤੁਸੀਂ ਕਾਲ ਕੀਤੀ ਹੈ, ਜ਼ਰੂਰ ਸਾਨੂੰ ਕਾਲ ਕਰਦੇ ਰਿਹਾ ਕਰੋ। 905 601 1350 ਇੱਕ ਸਾਡੀ ਬੇਨਤੀ ਹੈ, ਕਿਉਂਕਿ 1350 ਜਿਹੜਾ ਸਟੇਸ਼ਨ ਆ ਉਹ ਹਲੇ 2 ਮਹੀਨੇ ਹੋਏ ਆ ਸਾਨੂੰ ਸ਼ੁਰੂ ਕੀਤਿਆਂ ਨੂੰ। ਆਪ ਸੁਣਿਆ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਦੇ ਰਹਿੰਦੇ ਰਿਹਾ ਕਰੋ ਕਿ 1350 ਜਿਹੜਾ ਉਹ 24/7 ਪੰਜਾਬੀ ਦੇ ਪ੍ਰੋਗਰਾਮ ਇਹਦੇ 'ਤੇ ਆਉਂਦੇ ਨੇ। ਜਸਵੀਰ ਢਿੱਲੋਂ ਸਾਹਿਬ, ਸੁਦੀਪ ਸਿੰਗਲਾ ਜੀ, ਅਰਸ਼ ਚਾਵਲਾ ਮੇਰਾ ਵੀਰ, ਇਹ ਵੀ ਸਾਨੂੰ ਇਸ ਵੇਲੇ ਦੇਖ ਰਹੇ ਨੇ ਤੇ ਨਾਲ ਦੀ ਨਾਲ ਸੁਣ ਵੀ ਰਹੇ ਨੇ। ਗੁਰੂ ਟਰੱਕ ਲੋਨ ਦਾ ਸੰਦੇਸ਼ ਵਿੱਚ ਰਹਿ ਗਿਆ ਸੀਗਾ ਉਦੋਂ। ਗੁਰੂ ਟਰੱਕ ਲੋਨ ਤੋਂ ਤੁਸੀਂ ਲੋਨ ਵੀ ਕਰਵਾ ਸਕਦੇ ਹੋ, ਟਰੱਕ ਖਰੀਦ ਵੀ ਸਕਦੇ ਹੋ, ਹੈ ਨਾ। ਬਹੁਤ ਵਧੀਆ ਰੇਟਾਂ ਦੇ ਉੱਤੇ ਤੁਹਾਨੂੰ ਜਿਹੜਾ ਆ ਇਹ ਤੁਹਾਡੇ ਟਰੱਕ ਦਾ, ਟ੍ਰੇਲਰ ਦਾ, ਡਰਾਈ ਰੀਫਰ ਕੋਈ ਵੀ ਤੁਸੀਂ ਲੈਣਾ ਤੇ ਉਹਦਾ ਵਧੀਆ ਰੇਟਾਂ 'ਤੇ ਲੋਨ ਤੁਹਾਡਾ ਸੇਮ ਡੇ ਲੋਨ ਲੋ ਇੰਟਰਸਟ ਰੇਟ 'ਤੇ ਕਰਵਾ ਕੇ ਦੇਣਗੇ। ਰੂਬਨ ਚਾਲ 647 606 9377 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਰਸ਼ ਅਗਰ ਸੁਣ ਰਹੇ ਹੋ ਸਟਿਲ, ਤੇ ਮੈਂ ਚਾਹੁੰਦਾ ਅਰਸ਼ ਚਾਵਲਾ ਸਾਨੂੰ ਕਾਲ ਕਰੇ 905 601 1350 905 601 1350 ਜੀ। ਪ੍ਰੋਗਰਾਮ ਦੇ ਵਿੱਚ ਨੈਕਸਟ ਕਾਲ ਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਗਾਣਾ ਸੁਣਾਉਣਾ ਜੀ। ਕਿਹੜਾ ਗੀਤ ਸੁਣਨਾ ਜੀ? ਜਦੋਂ ਆਸਮਾਨ ਪਿੰਡ ਦੀ ਹਵਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਪੁਸ਼ਪਿੰਦਰ ਸਿੰਘ ਸੰਧੂ ਸਾਹਿਬ ਵੀ ਸੁਣ ਰਹੇ ਨੇ। ਗਊ ਮੂਤਰ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ। ਪੁਸ਼ਪਿੰਦਰ ਜੀ, ਤੁਸੀਂ ਵੀ ਇਨਪੁਟ ਦੇਣੀ ਹੈ ਤੇ 905 601 1350 ਸਾਡਾ ਨੰਬਰ ਹੈ। ਇੰਸ਼ੋਰੈਂਸ ਬਾਜ਼ਾਰ 416 817 1313 ਭਵਨ ਦੀਪੁਰਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇੰਸ਼ੋਰੈਂਸ ਦੇ ਕਿੱਤੇ ਦੇ ਵਿੱਚ ਬਹੁਤ ਲੰਬਾ ਐਕਸਪੀਰੀਅੰਸ ਆ ਭਵਨ ਹੋਰਾਂ ਦਾ। ਬਹੁਤ ਸਾਰੇ ਪੈਸੇ ਇੰਸ਼ੋਰੈਂਸ ਪਾਲਿਸੀ ਲਿਖਦੇ ਹੋਏ ਤੁਹਾਡੇ ਬਚਾ ਦੇਣਗੇ। ਇੰਸ਼ੋਰੈਂਸ ਬਾਜ਼ਾਰ ਤੋਂ ਭਵਨ ਦੀਪੁਰੀ 416 817 1313 'ਤੇ ਤੁਸੀਂ ਜਿਹੜੀ ਆ ਕਾਲ ਇਹਨਾਂ ਨੂੰ ਕਰ ਸਕਦੇ ਹੋ। ਕੰਸਟਰਕਸ਼ਨ ਕੰਪਨੀ ਦਾ ਤੁਸੀਂ ਕੰਸਟਰਕਸ਼ਨ ਕੰਪਨੀ ਦੀ ਭਾਲ ਦੇ ਵਿੱਚ ਹੋ
ਤੇ MP ਕੰਸਟਰਕਸ਼ਨ ਕੰਪਨੀ ਨੂੰ ਕਾਲ ਕਰ ਸਕਦੇ ਹੋ। ਨੰਬਰ 647 224 65 66 ਇਹਨਾਂ ਦਾ ਨੰਬਰ ਹੈ 647 224 65 66 ਤੇ ਤੁਸੀਂ ਕੰਸਟਰਕਸ਼ਨ ਕੰਪਨੀ ਨੂੰ ਕਾਲ ਕਰ ਸਕਦੇ ਹੋ। ਤੁਸੀਂ ਕੰਕਰੀਟ ਦਾ ਡਰਾਈਵੇ ਬਣਾਉਣਾ ਹੈ ਜਾਂ ਫਿਰ ਤੁਸੀਂ ਬੇਸਮੈਂਟ ਲੀਕ ਕਰ ਰਹੀ ਹੈ, ਬੇਸਮੈਂਟ ਬਣਾਉਣੀ ਹੈ, ਤੇ ਤੁਸੀਂ ਕਾਲ ਜਿਹੜੀ ਹੈ ਇਹਨਾਂ ਨੂੰ ਕਰ ਸਕਦੇ ਹੋ 647 224 65 66 ਦੇ ਉੱਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਇਹਨਾਂ ਦੇ ਨਾਲ ਇੰਡੀਅਨ ਪੂਜਾ ਬਾਜ਼ਾਰ 2 ਮੈਲਨੀ ਡਰਾਈਵ ਯੂਨਿਟ 1 ਦੇ ਵਿੱਚ ਹੈ। ਪੂਜਾ ਵਾਸਤੇ ਸਮੱਗਰੀ ਲੈਣੀ ਹੈ, ਘਰਾਂ ਦੀ ਡੈਕੋਰੇਸ਼ਨ ਦਾ ਸਮਾਨ ਲੈਣਾ ਹੈ, ਤੇ ਨੰਬਰ 905 790 0042 905 790 0042। ਜੋਬਨਜੀਤ ਜੀ ਕਹਿੰਦੇ ਆ ਬਹੁਤ ਵਧੀਆ ਜੋਬ, ਥੈਂਕ ਯੂ ਵੈਰੀ ਮੱਚ ਜੀ। ਪ੍ਰਿੰਸ ਜੀ ਜੀ ਪੁਸ਼ਪਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰਿੰਸ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਮਨ। ਮੇਰੇ ਖਿਆਲ ਨਾਲ ਜਿਹੜਾ ਗਊ ਮੂਤਰ ਦਾ ਵਿਵਾਦ ਚੱਲ ਰਿਹਾ ਤੇ ਇਸ ਤਰ੍ਹਾਂ ਦਾ ਜਿਹੜਾ ਕੇਸ ਹੋਣਾ ਬਣਦਾ ਨਹੀਂ ਸੀ, ਕਿਉਂਕਿ ਜਿਹੜਾ ਦੂਜਾ ਪਹਿਰਾ ਜੀ ਉਹਨਾਂ ਨੇ ਸਿੱਖ ਧਰਮ ਦੇ ਉੱਤੇ ਵੀ ਕੁਝ ਜਿਹੜੀਆਂ ਗੱਲਾਂ ਕੁਝ ਟਿੱਪਣੀਆਂ ਕੀਤੀਆਂ ਵਾ, ਤਾਂ ਮੇਰੇ ਖਿਆਲ ਨਾਲ SGPC ਵੀ ਅੱਗੇ ਆ ਜਾਣੀ ਚਾਹੀਦੀ ਸੀ ਜੀ। ਸੋ ਰਣਜੀਤ ਬਾਵੇ ਨੇ ਹਮੇਸ਼ਾ ਵਧੀਆ ਗਾਇਆ, ਤੇ ਮੈਂ ਤਾਂ ਇਹੀ ਕਹਾਂਗਾ ਵੀ ਜਦੋਂ ਕਿਤੇ ਜਿਹੜੀਆਂ ਕੁਝ ਗੱਲਾਂ ਧਰਮਾਂ ਦੇ ਵਿੱਚ ਹੁੰਦੀਆਂ ਪਖੰਡਵਾਦ ਉੱਤੇ ਜੇ ਕੋਈ ਗਾਇਕ ਜਾਂ ਗੀਤਕਾਰ ਟਿੱਪਣੀ ਕਰਦਾ ਤਾਂ ਇਹੋ ਜਿਹੇ ਵਿਵਾਦਿਤ ਕੇਸ ਨਹੀਂ ਬਣਨੇ ਚਾਹੀਦੇ। ਜੀ ਬਿਲਕੁਲ ਜੀ, ਥੈਂਕ ਯੂ ਜੀ। ਜੀ ਧੰਨਵਾਦ ਸੁਰਿੰਦਰ ਜੀ, ਬਹੁਤ ਬਹੁਤ ਕਾਲ ਕਰ ਲਈ ਜੀ। ਪ੍ਰੋਗਰਾਮ ਦੇ ਵਿੱਚ ਇੱਕ ਕਮਰਸ਼ੀਅਲ ਬ੍ਰੇਕ ਲੈਣੇ ਰਿਕਾਰਡਡ, ਤੇ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ। ਤੁਸੀਂ ਗੱਲ ਕਰ ਸਕਦੇ 905 601 1350 ਤੇ ਗੱਲਬਾਤ ਕੀਤੀ ਜਾ ਸਕਦੀ ਹੈ। I'm Andrea Horvath, leader of Ontario's official opposition, New Democrats. Ethnic and community media are more important than ever during COVID-19. That's why the NDP caucus has been fighting for a media stabilization fund and dedicated advertising dollars. The current government hasn't budged yet, but let's not give up. Let's make sure ethnic and community media can keep giving you the facts and stories you need. City of Brampton ਨੇ COVID-19 ਦੇ ਫੈਲਾਅ ਤੋਂ ਕਮਿਊਨਿਟੀ ਦੀ ਸੁਰੱਖਿਆ ਲਈ 5 ਤੋਂ ਵੱਧ ਦੀ ਸੰਖਿਆ ਵਿੱਚ ਇਕੱਠੇ ਹੋਣ, ਇੱਕ ਘਰ ਵਿੱਚ ਨਾ ਰਹਿੰਦੇ ਵਿਅਕਤੀਆਂ ਤੋਂ 2 ਮੀਟਰ ਤੋਂ ਘੱਟ ਫਾਸਲੇ ਤੇ ਖੜਨ, ਪਲੇਗਰਾਉਂਡ, ਆਊਟਡੋਰ ਸਪੋਰਟਸ ਫੈਸਿਲਿਟੀਜ਼, ਪਿਕਨਿਕ ਸ਼ੈਲਟਰਸ, ਲੀਸ਼ ਫ੍ਰੀ ਡੌਗ ਪਾਰਕਸ, ਰੈਕ੍ਰੀਏਸ਼ਨ ਸੈਂਟਰਸ ਦੇ ਦੁਆਲੇ ਦੀ ਜਗ੍ਹਾ ਤੇ ਪਾਰਕਿੰਗ ਲਾਟਸ ਦੀ ਵਰਤੋਂ ਤੇ ਸਖਤ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਲਈ $1 ਲੱਖ ਤੱਕ ਦਾ ਜੁਰਮਾਨਾ ਹੋਵੇਗਾ। ਪਾਰਕ ਫੈਸਿਲਿਟੀ ਦੀ ਵਰਤੋਂ ਕਰਨ ਲਈ 9058742111 ਤੇ ਕਾਲ ਕਰੋ ਤੇ 5 ਤੋਂ ਜ਼ਿਆਦਾ ਦੀ ਗੈਦਰਿੰਗ ਰਿਪੋਰਟ ਕਰਨ ਲਈ 311 ਤੇ ਕਾਲ ਕੀਤੀ ਜਾ ਸਕਦੀ ਹੈ। ਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਪ੍ਰੋਗਰਾਮ ਦੇ ਵਿੱਚ, ਤੇ ਜਿੱਥੇ ਅਸੀਂ ਗੱਲਬਾਤ ਕਰ ਰਹੇ ਸੀ ਰਣਜੀਤ ਬਾਵੇ ਦੇ ਜਿਹੜੇ ਗਾਣੇ ਦੇ ਵਿਵਾਦ ਹੋਇਆ ਉਹਦੇ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵੱਡੀ ਗਿਣਤੀ ਦੇ ਵਿੱਚ ਜਿੱਥੇ ਤੁਸੀਂ ਸਾਡੇ ਨਾਲ ਫੇਸਬੁੱਕ 'ਤੇ ਜੁੜੇ ਆ, ਅਤੇ ਉਮੀਦ ਹੈ ਕਿ ਤੁਸੀਂ ਵੀ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਗੱਲਬਾਤ ਕਰ ਸਕਦੇ ਆ। 905 601 1350 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਵਰਿੰਦਰ ਗਿੱਲ ਸਾਹਿਬ ਔਰ ਸੁਖਵਿੰਦਰ ਰੰਧਾਵਾ ਜੀ ਸਾਨੂੰ ਦੇਖ ਰਹੇ ਨੇ, ਮੀਨਸ ਸੁੱਖਾ ਭਾਜੀ ਸਾਡੇ ਕੁਇਕ ਟਾਇਰ ਰਿਪੇਅਰ ਸੈਂਟਰ ਤੋਂ। ਕੁਇਕ ਟਾਇਰ ਰਿਪੇਅਰ ਸੈਂਟਰ ਜਿਹੜਾ ਨੰਬਰ ਇਹਨਾਂ ਦਾ 647 707 6087 ਹੈ। ਕੱਲ੍ਹ ਯਾਨੀ ਸੋਮਵਾਰ ਤੋਂ ਸਾਨੂੰ ਇਹਨਾਂ ਨੇ ਜੁਆਇਨ ਕੀਤਾ ਹੈਗਾ। 647 707 6087 ਤੁਸੀਂ ਕਿਸੇ ਤਰ੍ਹਾਂ ਦੇ ਵੀ ਟਰੱਕ ਦੇ, ਟ੍ਰੇਲਰ ਦੇ, ਡਰਾਈ ਵੈਨ ਦੇ ਟਾਇਰ ਪਾਉਣੇ ਆ, ਚਾਈਨੀਜ਼ ਟਾਇਰ ਪਾਉਣੇ ਆ, ਕਿਸੇ ਤਰ੍ਹਾਂ ਦੇ ਵੀ ਕਾਰਾਂ ਦੇ ਟਾਇਰ ਪਾਉਣੇ ਆ, ਅਲਾਈਨਮੈਂਟ ਕਰਾਉਣੀ ਹੈ, ਅਤੇ ਇੱਕ ਨੰਬਰ ਤੁਸੀਂ ਆਪਣੇ ਜਿਹੜਾ ਟਰੱਕ ਦੇ ਵਿੱਚ ਲਿਖ ਕੇ ਰੱਖ ਲਓ, ਸੈੱਲਫੋਨ ਦੇ ਵਿੱਚ ਤੇ ਲਿਖ ਕੇ ਰੱਖ ਲਓ। 647 707 6087 ਦੇ ਉੱਤੇ ਤੁਸੀਂ ਜਿਹੜੀ ਹੈ ਕਾਲ ਕਰ ਸਕਦੇ ਹੋ। 647 707 6087 ਤੇ ਤੁਹਾਡੀ ਗੱਲਬਾਤ ਹੋ ਸਕਦੀ। ਅਮੰਗ ਸ਼ਰਮਾ ਜੀ ਇੱਕ ਬਹੁਤ ਵਧੀਆ ਕਮੇਡੀਅਨ, ਬਹੁਤ ਵਧੀਆ ਐਕਟਰ ਇਸ ਵੇਲੇ ਸਾਨੂੰ ਦੇਖ ਰਹੇ ਨੇ। ਅਸੀਂ ਉਹਨਾਂ ਦਾ ਵੀ ਜੀ ਆਇਆਂ ਨੂੰ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਔਰ ਮੇਰੇ ਬਹੁਤ ਹੀ ਪਿਆਰੇ ਮਿੱਤਰ ਸੰਦੀਪ ਮਨਿਹਾਸ ਸਾਹਿਬ ਇਸ ਵੇਲੇ ਸਾਨੂੰ ਦੇਖ ਰਹੇ ਨੇ, ਉਹਨਾਂ ਨੂੰ ਵੀ ਅਸੀਂ ਆਪਣੀ ਫੇਸਬੁੱਕ ਦੇ ਉੱਤੇ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਬਹੁਤ ਮਿਹਰਬਾਨੀ। ਉੱਥੇ ਨੈੱਟ ਫਰੇਟ ਸਿਸਟਮ ਵਾਲਿਆਂ ਨੂੰ AZ ਡਰਾਈਵਰ ਚਾਹੀਦੇ ਨੇ ਫਲੈਟਬੈਡ ਵਾਸਤੇ। ਤੁਸੀਂ ਉਹਨਾਂ ਨੂੰ ਕਾਲਸ, ਬਹੁਤ ਸਾਰੀਆਂ ਕਾਲਸ ਜਾ ਰਹੀਆਂ, ਪਰ ਮੇਕ ਸ਼ੋਰ ਫਲੈਟਬੈਡ ਵਾਸਤੇ ਹੀ ਤੁਸੀਂ ਜਿਹੜੇ ਆ ਕਾਲ ਕਰੋ। ਅਗਰ ਤੁਹਾਡੇ ਕੋਲ ਫਲੈਟਬੈਡ ਦਾ ਐਕਸਪੀਰੀਅੰਸ ਆ ਐਜ਼ ਏ ਡਰਾਈਵਰ, ਐਜ਼ ਏ ਓਨਰ ਆਪਰੇਟਰ ਤੁਸੀਂ ਜਾਣਾ ਚਾਹੁੰਦੇ ਹੋ, ਅਤੇ ਨੰਬਰ 647 927 6647 647 927 6647 ਤੇ ਜਾ ਸਕਦੇ ਹੋ। ਪ੍ਰਿੰਸ ਜੀ ਮਨਿਆਸ ਸਾਹਿਬ ਤੁਹਾਨੂੰ ਕਹਿ ਰਹੇ ਨੇ ਵੀ ਭਾਜੀ ਕੀਪ ਇਟ ਅਪ, ਗ੍ਰੇਟ ਸ਼ੋ। ਥੈਂਕ ਯੂ ਮਨਹਾਸ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇਸੇ ਤਰੀਕੇ ਦੇ ਨਾਲ ਸਾਡੀ ਹੌਸਲਾ ਅਫਜ਼ਾਈ ਕਰਦੇ ਰਿਹਾ ਕਰੋ। ਜੇਕਰ ਟਾਈਮ ਟੂ ਟਾਈਮ ਲੱਗੇ ਤਾਂ ਕਾਲ ਵੀ ਕਰ ਲਿਆ ਕਰੋ ਸਟੂਡੀਓ ਵਿੱਚ। 905 601 1350 ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਆ। ਅਤੇ ਤੁਸੀਂ ਹਰਜਿੰਦਰ ਲਿੱਧੜੂ ਨਹੀਂ ਸਾਨੂੰ ਦੇਖ ਰਹੇ, ਸਾਡੇ ਵੱਡੇ ਭਰਾ ਨੇ, ਅਤੇ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ। ਅਤੇ ਗੱਲ ਜੇ ਕਰੀਏ ਆਪਣੇ ਮਾਨ ਸਾਹਿਬ ਬਾਵੇ ਨੇ ਜੇ ਕੋਈ ਮਾੜੀ ਗੱਲ ਵੀ ਨਹੀਂ ਕੀਤੀ ਐਡੀ, ਅਤੇ ਪਰ ਵਿਵਾਦ ਜਿਹੜਾ ਬਣ ਗਿਆ, ਪਰ ਉਹਨੇ ਇੱਕ ਮੈਂ ਲਾਈਨ ਸੁਣ ਰਿਹਾ ਸੀਗਾ, ਉਹ ਵੀ ਮਾੜੀ ਸਾਂਝੀ ਕਰੂੰਗਾ ਵੀ ਉਹਦੇ ਵਿੱਚ ਵੀ ਉਹਨੇ ਕੁਛ ਗੱਲਾਂ ਕੀਤੀਆਂ। ਫਿਰ ਇਹਦੇ 'ਤੇ ਪੁਸ਼ਪਿੰਦਰ ਹੋਣਾ ਦੀ ਗੱਲ ਸੁਣੋ, ਵਿਵਾਦ ਕਿਉਂ ਨਹੀਂ ਬਣਨਾ। ਹੋ ਗਾਤਰੇ ਜਨਊ ਤੇ ਕਰਾਸ ਗਲ ਪਾਲੇ
ਵਿਚਾਰ ਅਪਣਾਏ ਨਾ ਤੇ ਬਾਣੇ ਆਪਣਾ ਲੈ ਉਧਰਾਂ ਦੇ ਭੁੱਖਿਆਂ ਅਸੂਲ ਸਾਰੇ ਖਾ ਲੈ ਗੋਤਾਂ ਅਨੁਸਾਰ ਗੁਰਦੁਆਰੇ ਵੀ ਬਣਾ ਲੈ ਜੀ ਮੰਡ ਸਾਹਿਬ। ਪ੍ਰਿੰਸ ਜੀ ਬਿਲਕੁਲ ਗੋਤਾਂ ਤੇ ਗੁਰਦੁਆਰਿਆਂ ਦੀ ਗੱਲ ਕੀਤੀ ਹੈ। ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਹੈ ਨਾ ਆਪਾਂ ਬਹੁਤ ਸਾਰੇ ਗੁਰਦੁਆਰੇ ਜਿਹੜੇ ਆ ਉਹ ਬਣਾਉਂਦੇ ਆ। ਵੈਸੇ ਗਾਤਰਿਆਂ ਦੀ ਗੱਲ ਵੀ ਕੀਤੀ ਹੈ, ਜਨੇਊ ਦੀ ਗੱਲ ਵੀ ਕੀਤੀ ਹੈ। ਉਹਨਾਂ ਨੇ ਕਿਸੇ ਨੂੰ ਮਾੜਾ ਨਹੀਂ ਕਿਹਾ ਕਿ ਯਾਦ ਕਰਾਈਆਂ ਗੱਲਾਂ ਵੀ ਅਸੀਂ ਕੀ ਕਰ ਰਹੇ ਹਾਂ, ਕੀ ਜਾਂ ਅਸੀਂ ਧਰਮ ਦੀ ਆੜ ਦੇ ਵਿੱਚ ਅਸੀਂ ਜਿਹੜਾ ਆ ਕਿਹੜੇ ਅਸੀਂ ਕੰਮ ਜਿਹੜੇ ਆ ਉਹ ਕਰਦੇ ਹੈਗੇ ਆ। ਇਹ ਗਲਤ ਫਹਿਮੀਆਂ ਨੇ। ਬਿਲਕੁਲ ਸਾਡੇ ਵੱਡੇ ਭਾਜੀ ਤਜਿੰਦਰ ਸਿੰਘ ਮਾਡਰਨ ਇਸ਼ੂਜ਼ ਤੋਂ ਵੀ ਲਿਖਦੇ ਨੇ ਵੀ ਗਲਤ ਫਹਿਮੀਆਂ ਨੇ। ਕਈ ਵਾਰੀ ਹੁੰਦਾ ਕੀ ਹੈ ਪ੍ਰਿੰਸ ਜੀ, ਅਸੀਂ ਧਿਆਨ ਨਹੀਂ ਦਿੰਦੇ ਗੱਲ ਦੇ ਉੱਤੇ ਔਰ ਬੜਾ ਕੁਇੱਕ ਉਹਦੇ 'ਤੇ ਐਕਟ ਜਿਹੜਾ ਕਰ ਜਾਂਦੇ ਆ ਔਰ ਹੁੰਦਾ ਕੁਛ ਨਹੀਂ। ਔਰ ਮੈਨੂੰ ਲੱਗਦਾ ਇਸ ਕੇਸ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਹੀ ਹੋਇਆ। ਮੰਡ ਸਾਹਿਬ ਜਿਹੜੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਵੀ ਅਸੀਂ ਨਾ ਜਿਹੜੇ ਬਾਣੇ ਅਪਣਾ ਲਏ ਆ ਤੇ ਵਿਚਾਰ ਨਹੀਂ ਅਪਣਾਏ। ਤੇ ਗੱਲ ਫਿਰ ਜਿਹਨੇ ਬੰਦਿਆਂ ਨੇ ਬਾਣੇ ਇਕੱਲੇ ਅਪਣਾਏ ਆ ਤੇ ਵਿਚਾਰ ਨਹੀਂ ਅਪਣਾਏ, ਦੁੱਖ ਉਹ ਬੰਦੇ ਨੂੰ ਲੱਗਦਾ ਨਾ ਜਿਹਦੇ ਦਿਲ ਤੇ ਜਾਂ ਦਿਮਾਗ ਤੇ ਸੱਟ ਸਿੱਧੀ ਜਾ ਕੇ ਵੱਜਦੀ ਹੈ ਤੇ ਮੈਨੂੰ ਕਹਿ ਦਿੱਤਾ ਕਿ ਮੈਂ ਇੱਦਾਂ ਦੇ ਕੰਮ ਕਰਦਾ ਹਾਂ ਮਾੜੇ ਬਾਣੇ ਪਾ ਕੇ, ਤੇ ਉਹਨੂੰ ਬੁਰੀਆਂ ਲੱਗਦੀਆਂ ਨਾ ਗੱਲਾਂ। ਜੀ ਬਿਲਕੁਲ। ਸਾਨੂੰ ਜਿਹੜਾ ਆ ਨਾ ਉਹ ਐਸੀਆਂ ਵੈਸੇ ਮਾਡਰਨ ਹੋ ਗਏ ਆ ਅਸੀਂ, ਹੈ ਨਾ। ਮੈਂ ਤਾਂ ਕਹਿੰਦਾ ਵੀ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਜਾਣਾ ਚਾਹੀਦਾ। ਵੈਸੇ ਅਸੀਂ ਕੱਲ੍ਹ ਗੱਲ ਕਰਦੇ ਸੀਗੇ ਕਿ ਜਿਹੜਾ ਕਾਨੂੰਨ ਆ, ਚਾਹੇ ਉਹ ਇੰਡੀਆ ਦਾ ਕਾਨੂੰਨ ਆ ਚਾਹੇ ਕੈਨੇਡਾ ਦਾ ਕਾਨੂੰਨ ਆ, ਹੈ ਨਾ, ਔਰ ਸਾਡੇ ਧਰਮ ਵੀ ਨੇ ਜਿਹੜੇ ਮੈਨੂੰ ਲੱਗਦਾ ਸਮਾਂ ਦਰ ਸਮਾਂ 25 ਕੁ ਸਾਲ ਬਾਅਦ ਜਿਹੜੇ ਆ ਨਾ ਇਹਨਾਂ ਦੇ ਵਿੱਚ ਚੇਂਜਸ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਆ ਉਹ ਚੀਜ਼ਾਂ ਦੇ ਵਿੱਚ ਤਬਦੀਲੀ ਆ ਜਾਂਦੀ ਆ। ਇਸ ਕਰਕੇ ਕਾਨੂੰਨ ਅਤੇ ਮੈਨੂੰ ਲੱਗਦਾ ਪਤਾ ਨਹੀਂ ਹੁਣ ਇਹਦੇ 'ਤੇ ਵੀ ਵਿਵਾਦ ਨਾ ਹੋ ਜਾਏ ਵੀ ਕੁਝ ਇੱਕ ਧਾਰਮਿਕ ਜਿਹੜੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਹੈ ਨਾ, ਕੁਛ ਸਖਤਾਈਆਂ ਹੁੰਦੀਆਂ ਨੇ, ਉਹਨਾਂ ਦੇ ਉੱਤੇ ਚੇਂਜਸ ਜਿੱਦਾਂ ਹੁਣ ਪਤਾ ਨਹੀਂ ਮੈਨੂੰ ਕਰਨੀ ਚਾਹੀਦੀ ਗੱਲ ਇੱਥੇ ਕਿ ਨਹੀਂ। ਜਿਵੇਂ ਬੁਰਕਾ ਪਾਉਣ ਦੀ ਗੱਲ ਸਾਡੇ ਕਿਉਂਕਿ ਮੈਂ ਤਾਂ ਸਾਰੇ ਧਰਮ ਆਪਣੇ ਹੀ ਮੰਨਦਾ, ਹੈ ਨਾ। ਸਾਡੇ ਮੁਸਲਮਾਨ ਧਰਮ 'ਚ ਬੁਰਕਾ ਪਾਉਣ ਦੀ ਗੱਲ ਹੈ, ਸ਼ਾਇਦ ਕਿਤੇ ਉਦੋਂ ਵਾਜਬ ਸੀਗੀ ਜਦੋਂ ਪਾਇਆ ਜਾਂਦਾ ਸੀ, ਹੁਣ ਵੀ ਪਾ ਸਕਦੇ ਹਾਂ ਤੁਸੀਂ। ਪਰ ਕਈ ਐਸੀਆਂ ਜਗ੍ਹਾ ਨੇ ਜਿੱਥੇ ਤੁਸੀਂ ਜਿਸ ਤਰ੍ਹਾਂ ਪਹਿਲਾਂ ਹਿਜਾਬ ਪਹਿਨਣ ਦੇ ਉੱਤੇ ਮੌਂਟਰੀਅਲ ਦੇ ਵਿੱਚ ਬੜਾ ਵਾਦ ਵਿਵਾਦ ਹੋਇਆ ਸੀਗਾ, ਹੈ ਨਾ। ਸੋ ਪਰ ਜਦੋਂ ਅਸੀਂ ਥੋੜ੍ਹਾ ਜਿਹਾ ਅਸੀਂ ਮਾਡਰਨ ਹੋ ਗਏ ਜਾਂ ਅਸੀਂ ਐਸ ਵਿਕਸਿਤ ਕੰਟਰੀਆਂ 'ਚ ਆ ਗਏ, ਉੱਥੇ ਸਾਨੂੰ ਸ਼ਾਇਦ ਥੋੜ੍ਹਾ ਜਿਹਾ ਵਿਚਾਰਨ ਦੀ ਲੋੜ ਹੋ ਜਾਂਦੀ ਹੈ। ਜੀ ਪ੍ਰਿੰਸ ਜੀ। ਬਿਲਕੁਲ। ਜੇ ਮੈਂ ਇਹਦੇ ਨਾਲ ਇੱਕ ਜਿਹੜਾ ਵਿਵਾਦ ਹੋਰ ਚੱਲ ਰਿਹਾ, ਮੈਂ ਕੱਲ੍ਹ ਨੂੰ ਕੋਸ਼ਿਸ਼ ਕਰੂੰਗਾ। ਅੱਜ ਮੈਂ TV 'ਤੇ ਲਿਆਂਦਾ ਸੀ ਹਾਕਮ ਸਿੰਘ ਹੋਣਾ ਨੂੰ। ਜੀ ਉਹ ਐਡਵੋਕੇਟ ਨੇ ਤੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਖਿਲਾਫ IG ਸਾਹਿਬ ਨੂੰ ਸ਼ਿਕਾਇਤ ਕੀਤੀ ਸੀ, ਜਿਹੜੀ ਤੁਸੀਂ ਵੀਡੀਓ ਦੇਖੀ ਹੋਣੀ ਆ ਵੀ AK-47 ਦੇ ਜਿਹੜੇ ਫਾਇਰ ਕਰ ਰਿਹਾ। ਜੀ ਉਹ 5 ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਗਏ ਆ। ਉਹਨਾਂ ਵਿੱਚੋਂ ਜਿੱਥੋਂ ਤੱਕ ਦੇ ਪਤਾ ਲੱਗਾ ਵੀ SSP ਉਹਨੂੰ ਵੀ ਸਸਪੈਂਡ ਕੀਤਾ ਗਿਆ। ਪਰ ਧਾਰਾਵਾਂ ਜਿਹੜੀਆਂ 188 ਕਹਿ ਰਹੇ ਸੀ, ਇੱਕ ਉਹ ਲਾਈ ਤੇ ਇੱਕ ਕਰਫਿਊ ਤੋੜਨ ਵਾਲੀ ਤੇ ਨੋਰਮਲ ਜੀਆਂ ਧਾਰਾਵਾਂ ਲਾਤੀਆਂ, ਕੋਈ ਖਾਸ ਲਾਈਆਂ ਨਹੀਂ। ਉਹਨਾਂ ਨੇ ਕਿਹਾ ਵੀ ਜੇ ਤੇ ਪ੍ਰੋਪਰ ਧਾਰਾ ਲਾਉਣੇ ਆ ਠੀਕ ਆ, ਨਹੀਂ ਤੇ ਫਿਰ ਮੈਂ ਹਾਈ ਕੋਰਟ ਜਾਊਂਗਾ। ਵੀ ਸੰਜੇ ਦੱਤ ਨੇ ਤੇ ਇੱਕ AK-47 ਰੱਖੀ ਸੀ ਤੇ ਉਹਦੇ ਹਾਲਾਤ ਕੀ ਹੋ ਗਏ, ਇੱਧਰ ਤੇ ਫਾਇਰ ਕੀਤੇ ਗਏ। ਜੀ ਮੈਨੂੰ ਪ੍ਰਿੰਸ ਜੀ ਵੈਸੇ ਤਾਂ ਸੈਂਸਰ ਜਿਹੜਾ ਆ ਉਹ ਅਗਰ ਆਪਾਂ ਦੇਖਿਆ ਜਾਵੇ ਬਹੁਤ ਸਾਰੇ ਐਸੇ TV ਨੇ ਜਿੱਥੇ ਹੁਣ ਪ੍ਰੋਗਰਾਮ ਜਿਹੜੇ ਗਾਣੇ ਆ ਇਹੋ ਜਿਹੇ ਨਹੀਂ ਚੱਲਦੇ ਜਿਨ੍ਹਾਂ 'ਚ ਹਥਿਆਰ ਹੈਗਾ, ਹੈ ਨਾ। 99% ਪੰਜਾਬ ਦੇ ਵਿੱਚ ਆਲਰੇਡੀ ਬੰਦ ਕੀਤੇ ਹਾਈ ਕੋਰਟ ਨੇ। ਸਾਰੇ ਜਿੰਨੇ ਵੀ ਚੈਨਲ ਹੈਗੇ ਉੱਤੇ ਤੁਸੀਂ ਚਲਾ ਨਹੀਂ ਸਕਦੇ ਹਥਿਆਰਾਂ ਵਾਲਾ ਕੋਈ ਵੀ ਗੀਤ ਨਹੀਂ ਚਲਾ ਸਕਦੇ, ਉਹਨਾਂ ਮਨਾ ਕੀਤਾ। ਖਾਸ ਕਰਕੇ ਹਦਾਇਤਾਂ ਦਿੱਤੀਆਂ ਹਾਈ ਕੋਰਟ ਨੇ। ਅਤੇ ਇਸ ਦੇ ਨਾਲ ਜੇ ਗੱਲ ਕਰੀਏ ਜਿਹੜੀਆਂ ਧਾਰਾਵਾਂ ਦੀ ਗੱਲ ਵਾ ਨਾ, ਕਿਉਂਕਿ ਇਹ ਖਾਸ ਗੱਲ ਕਹੀ ਗਈ ਆ, ਜਿਹੜੇ ਪੁਲਿਸ ਵਾਲੇ ਆ ਨਾ, ਇਹ AK-47 ਆਮ ਬੰਦਾ ਕੈਰੀ ਨਹੀਂ ਕਰ ਸਕਦਾ। ਆਮ ਬੰਦਾ ਫਿਰ ਚਲਾ ਕਿੱਦਾਂ ਸਕਦਾ? ਅਤੇ ਉਹਦੇ ਉੱਤੇ ਜਿਹੜੇ ਇਹ ਰਾਊਂਡ ਫਾਇਰ ਕੀਤੇ ਗਏ ਨੇ ਉਹਨਾਂ ਦੀ ਹਿਸਾਬ ਕਿਤਾਬ ਕਿੰਨੇ ਦੇਣਾ? ਕਿਉਂਕਿ ਆਮ ਬੰਦੇ ਦੇ ਕੋਈ ਵੀ ਪੁਲਿਸ ਦਾ ਵੈਪਨ ਕਿ ਮੇਰਾ ਵੈਪਨ ਆ ਤੇ ਮੰਡ ਸਾਹਿਬ ਨਹੀਂ ਯੂਜ਼ ਕਰ ਸਕਦੇ, ਮੰਡ ਸਾਹਿਬ ਦਾ ਵੈਪਨ ਆ ਮੈਂ ਆਪਣੇ ਕੋਲ ਕੈਰੀ ਨਹੀਂ ਕਰ ਸਕਦਾ। ਜੀ ਇਹ ਸਾਰਾ ਤੁਸੀਂ ਕਿਸੇ ਨੂੰ ਫੜਾ ਵੀ ਨਹੀਂ ਸਕਦੇ ਆਪਣਾ ਵੈਪਨ। ਜੀ ਬਿਲਕੁਲ। ਉੱਥੇ 11:43 ਹੋ ਗਏ ਨੇ। ਮੈਂ ਮੁਆਫੀ ਚਾਹੂੰਗਾ ਕਿ ਜਿਸ ਅਸੀਂ ਫੋਨ ਤੋਂ ਲਾਈਵ ਕਰ ਰਹੇ ਸੀਗੇ ਜੀ ਪ੍ਰਿੰਸ ਜੀ, ਉਹ ਮੈਨੂੰ ਬੰਦ ਕਰਨਾ ਪੈਣਾ ਕਿ ਉਹ ਰੀਜ਼ਨ ਉਹਦੀ ਬੈਟਰੀ ਲੋ ਹੋ ਗਈ ਆ, ਚਾਰਜ ਤੇ ਨਹੀਂ ਲੱਗਾ। ਸ਼ਾਇਦ ਆਪਣੇ ਨਾਲ ਕਾਲ ਹੈ, ਤੁਸੀਂ ਕਾਲ ਲੈ ਲਓ। ਤੇ ਫੇਸਬੁੱਕ ਤੋਂ ਅਸੀਂ ਛੁੱਟੀ ਚਾਹਾਂਗੇ, ਉਹਦੇ ਲਈ ਮੁਆਫੀ ਆ।